ਹਰੂਨਾਬਾਦ ਹੀ ਸਾਂ, ਮਗਰ ਮੇਰੇ ਜਿਹੜੇ ਮਾਂ-ਬਾਪ ਹਨ ਉਹ ਬਹਾਵਲ ਨਗਰ ਸਨ। ਮੈਥੋਂ 45 ਕਿਲੋਮੀਟਰ ਦੂਰ ਸਨ ਉਹ। ਅੱਛਾ, ਉਦੋਂ ਕੋਈ ਹੈਡ ਹਰੂਨਾਬਾਦ ਮੰਡੀ ਦੇ ਮੀਆਂ ਫਤਿਹ ਮੁਹੰਮਦ ਜੀ, ਉਹਨਾਂ ਨੇ ਬੜਾ ਲਲਕਾਰ ਕੇ ਕਿਹਾ ਬਈ ਮੇਰੇ ਸ਼ਹਿਰ ਵਿੱਚ ਅਮਨ ਰਹਿਣਾ ਚਾਹੀਦਾ ਹੈ। ਅਮਨ ਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ, ਸਤਿ ਸ੍ਰੀ ਅਕਾਲ, ਨਮਸਕਾਰ, अस्सलाम वालेकुम। मैं ਹਾਂ ਤੁਹਾਡਾ ਆਪਣਾ ਤਰਸੇਮ ਸਿੰਘ ਤਰਾਨਾ। ਅੱਜ ਅਸੀਂ ਪਹੁੰਚੇ ਹਾਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਕਤ ਖੜੇ ਅਸੀਂ ਜਲਿਆਂਵਾਲੇ ਬਾਗ ਵਿਖ। ਇਸ ਤੇ ਅਸੀਂ ਸੰਨ 47 ਦੀ ਵੰਡ ਦੇ ਹਵਾਲੇ ਨਾਲ ਗੱਲਬਾਤ ਕਰਨ ਲਈ ਪਹੁੰਚਾਂਗੇ ਸਰਦਾਰ ਸ਼ਿੰਗਾਰਾ ਸਿੰਘ ਦੇ ਘਰ। ਉਹਨਾਂ ਦੇ ਘਰ ਉਹਨਾਂ ਦੇ ਰਿਸ਼ਤੇਦਾਰ ਚੰਡੀਗੜ੍ਹ ਤੋਂ ਆਏ ਨੇ, ਹਜੂਰ ਸਿੰਘ ਔਲਖ, ਜਿਹੜੇ ਚੰਡੀਗੜ੍ਹ ਦੇ ਰਹਿਣ ਵਾਲੇ ਨੇ। ਸਾਨੂੰ ਪਤਾ ਲੱਗਾ ਸੀ ਉਹ ਆਏ ਨੇ ਇੱਥੇ। ਉਹਨਾਂ ਦਾ ਪਿਛੋਕੜ ਜਿਹੜਾ ਆ ਬਹਾਵਲ ਨਗਰ ਨਾਲ ਆ। ਉਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਉੱਥੋਂ ਆਇਆ, ਕੀ ਹਾਲਾਤ ਵੇਖੇ, ਕਿਹੜੇ ਮੌਤ ਦੇ ਤਾੜਮ ਨੂੰ ਵੇਖਦਾ ਹੋਇਆ ਜਾਂ ਉਹ ਦੁੱਖ ਤਕਲੀਫ ਸਹਿੰਦਾ ਹੋਇਆ ਇਧਰਲੇ ਪਾਸੇ ਆਏ, ਉਹਨਾਂ ਨਾਲ ਗੱਲ ਕਰਾਂਗੇ। ਆਓ ਗੱਲ ਕਰੀਏ, ਉਹਨਾਂ ਕੋਲ ਜਾ ਕੇ ਸੁਣਨੇ ਆ ਉਹਨਾਂ ਦੀ ਜ਼ੁਬਾਨੀ। ਆਓ ਚਲੀਏ। ਹੁਣ ਅਸੀਂ ਪਹੁੰਚੇ ਹਾਂ ਜੀ ਸਰਦਾਰ ਸ਼ਿੰਗਾਰਾ ਸਿੰਘ ਜੀ ਦੇ ਗ੍ਰਹਿ ਵਿਖੇ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਾਣਾ ਸਿੰਘ ਰੋਡ ਉੱਥੇ ਸਥਿਤ ਹੈ ਇਹਨਾਂ ਦਾ ਘਰ। ਇੱਥੇ ਇਹਨਾਂ ਦੇ ਘਰ ਰਿਸ਼ਤੇਦਾਰ ਆਏ ਨੇ, ਸਰਦਾਰ ਹਜੂਰ ਸਿੰਘ ਔਲਖ, ਜਿਹੜੇ 21 ਦੀ ਚੰਡੀਗੜ੍ਹ ਦੇ ਪੱਕੇ ਵਸਨੀਕ ਨੇ। ਇਹਨਾਂ ਦਾ ਜਿਹੜਾ ਪਿਛੋਕੜ ਆ ਉਹ ਬਹਾਵਲ ਨਗਰ ਪਾਕਿਸਤਾਨ ਨਾਲ ਆ। ਕਿਹੜੇ ਹਾਲਾਤਾਂ 'ਚ ਉੱਥੋਂ ਆਏ, ਸੰਨ 47 ਦੀ ਚੰਦਰੀ ਵੰਡ ਵੇਲੇ ਕੀ ਕੁਝ ਇਹਨਾਂ ਦੇ ਪਰਿਵਾਰ ਨਾਲ ਵਾਪਰਿਆ, ਕੀ ਕੁਝ ਇਹਨਾਂ ਨੇ ਦੇਖਿਆ, ਉਹ ਸਾਰਾ ਕੁਝ ਜਾਣਦੇ ਆ ਇਹਨਾਂ ਬਜ਼ੁਰਗਾਂ ਦੇ ਜ਼ੁਬਾਨੀ, ਇਹਨਾਂ ਕੋਲੋਂ ਸੁਣਦੇ ਆ। ਤਾਂ ਜੀ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਜੀ ਹਜ਼ੂਰ ਸਿੰਘ ਔਲਖ ਹੈ। ਤੁਹਾਡੇ ਪਿਤਾ ਜੀ? ਸਰਦਾਰ ਹਰੀ ਸਿੰਘ ਜੀ। ਤੇ ਉੱਥੇ ਤੁਹਾਡੀ ਰਿਹਾਇਸ਼ ਦੱਸਿਓ। ਪਾਕਿਸਤਾਨ ਵਿੱਚ ਸਾਡੀ ਰਿਹਾਇਸ਼ ਬਹਾਵਲ ਨਗਰ ਹੁੰਦੀ ਸੀ। ਬਹਾਵਲਪੁਰ ਸਟੇਟ ਦਾ ਉਹ ਤਹਿਸੀਲ ਸਟੇਸ਼ਨ ਸੀ। ਤੇ ਇਹ ਜਦੋਂ ਇਹ ਵੰਡ ਹੋਈ ਹੈ ਸੰਨ 47 ਦੀ, ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ? ਉਸ ਵਕਤ ਜੀ ਮੇਰੀ ਉਮਰ 21 ਸਾਲ ਸੀ। ਇਹਦਾ ਮਤਲਬ ਤੁਹਾਨੂੰ ਸਾਰਾ ਉਸ ਟਾਈਮ ਦਾ ਪੂਰਾ ਗਿਆਨ ਹੈ, ਸਾਰਾ ਤੁਹਾਨੂੰ ਹੋਸ਼ ਹੈ ਉਸ ਟਾਈਮ ਦੀ। ਤੁਹਾਨੂੰ ਉਸ ਗੱਲ ਦਾ ਸਾਰਾ ਪਤਾ ਹੈ, ਤੁਹਾਨੂੰ ਉਸ ਮਾਹੌਲ ਦਾ ਕੀ ਹੋਇਆ? ਹਾਂਜੀ ਬਿਲਕੁਲ, ਮੈਨੂੰ ਪੂਰੀ ਹੋਸ਼ ਹੈ ਉਸ ਵਕਤ ਦੀ। ਕਿਉਂਕਿ ਤੁਹਾਡਾ ਜਿਹੜਾ ਪਰਿਵਾਰ ਜਾਂ ਪਿਛੋਕੜ ਸੀ, ਕੀ ਕਰਦੇ ਸਨ? ਖੇਤੀ? ਉੱਥੇ ਜੀ ਐਗਰੀਕਲਚਰ ਲੈਂਡ ਸੀ ਸਾਡੀ, ਨਜ਼ਦੀਕ ਚਿਸ਼ਤੀਆਂ ਮੰਡੀ ਸਟੇਸ਼ਨ ਸੀਗਾ ਇੱਕ, ਕੋਈ 45 ਕਿਲੋਮੀਟਰ ਦੂਰ। ਅੱਛਾ ਜੀ। ਉੱਥੇ ਸਾਡੀ 64 ਏਕੜ ਨਹਿਰੀ ਜ਼ਮੀਨ ਸੀ, ਉਪਜਾਊ ਜ਼ਮੀਨ ਸੀ, ਉਪਜਾਊ ਜ਼ਮੀਨ। ਅੱਛਾ, ਤੇ ਤੁਸੀਂ ਫਿਰ ਜਦੋਂ ਬਚਪਨ ਤੁਹਾਡਾ ਕਿੱਥੇ ਗੁਜ਼ਰਿਆ, ਪੜ੍ਹੇ ਕਿੱਥੇ ਤੁਸੀਂ? ਮੇਰਾ ਬਚਪਨ ਜੀ ਬਹਾਵਲ ਨਗਰ ਹੀ अपने माँ बाप ਦੇ ਪਾਸ ਗੁਜ਼ਰਿਆ ਹੈ। ਮੈਂ 10ਵੀਂ ਜਮਾਤ ਤੱਕ ਸਟੇਟ ਹਾਈ ਸਕੂਲ ਬਹਾਵਲ ਨਗਰ ਵਿੱਚ ਹੀ ਤਾਲੀਮ ਆਪਣੀ ਲਈ ਹੈ ਤੇ 10ਵੀਂ ਜਮਾਤ 1943 ਦੇ ਵਿੱਚ ਬਹਾਵਲ ਨਗਰ ਦੇ ਸਟੇਟ ਹਾਈ ਸਕੂਲ ਤੋਂ ਹੀ ਪਾਸ ਕੀਤੀ ਹੈ। ਅੱਛਾ ਜੀ। ਇਸ ਤੋਂ ਬਾਅਦ ਇਹ ਤੁਹਾਡੇ ਜਿਹੜੇ ਮੁੱਖ ਅਧਿਆਪਕ ਸੀਗੇ, ਕੀ ਨਾਂ ਸੀ ਉਹਨਾਂ ਦਾ ਉਸ ਟਾਈਮ ਜਿਹੜੇ ਸਕੂਲ ਤੁਹਾਨੂੰ ਪੜ੍ਹਾਉਂਦੇ ਸੀਗੇ? ਉੱਥੋਂ ਦੇ ਹੈਡਮਾਸਟਰ ਮਿਸਟਰ ਹਫੀਜ਼ੁੱਲਾ ਸਾਹਿਬ ਸੀਗੇ ਤੇ ਹੋਰ ਮਿਲੇ ਜੁਲੇ ਉਸਤਾਦ ਹਿੰਦੂ ਮੁਸਲਮਾਨ ਵੀ ਸਨ ਕੁਝ। ਤੇ ਤੁਹਾਡੇ ਕੋਈ ਜਿਹੜੇ ਸੰਗੀ ਸਾਥੀ, ਤੁਹਾਡੇ ਮਿੱਤਰ ਹੋਣਗੇ ਜਿਹੜੇ ਤੁਹਾਡੇ ਨਾਲ ਪੜ੍ਹਦੇ ਹੋਣਗੇ, ਕੋਈ ਨਾਂ ਯਾਦ ਹੋਵੇ ਉਹਨਾਂ ਦਾ, ਮੁਸਲਮਾਨ ਭਾਈਚਾਰੇ ਦੇ ਹੋਣ ਜਿਹੜੇ? ਮੇਰੇ ਤੋਂ ਕੁਝ ਤਕਰੀਬਨ 2 ਜਮਾਤਾਂ ਅੱਗੇ ਇੱਕ ਮਿਸਟਰ ਮੁਹੰਮਦ ਇਕਬਾਲ ਹੁੰਦੇ ਸਨ ਤੇ ਮੁਹੰਮਦ ਯਕੂਬ ਵੀ ਹੁੰਦੇ ਸਨ। ਇੱਕ ਸਾਡੇ ਹੋਰ ਮਿੱਤਰ ਭਰਾਵਾਂ ਵਾਂਗੂ ਪਿਆਰ ਸੀ, ਸਰਦਾਰ ਟੇਕ ਸਿੰਘ ਜੀ ਹੁੰਦੇ ਸਨ। ਤਾਂ ਉਹ ਮੇਰੇ ਸਾਥੀ ਸਨ ਤੇ ਪੂਰੇ ਉਹਨਾਂ ਦੀ ਦੋਸਤੀ। ਜਦੋਂ ਤੁਸੀਂ ਉੱਥੇ 10ਵੀਂ ਕਲਾਸ ਤੱਕ ਵਿੱਦਿਆ ਹਾਸਲ ਕਰ ਲਈ, ਉਸ ਤੋਂ ਬਾਅਦ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕਿੱਥੇ ਪੜ੍ਹਨ ਵਾਸਤੇ ਭੇਜਿਆ? ਫਿਰ
10ਵੀਂ ਜਮਾਤ ਤੋਂ ਬਾਅਦ ਜੀ ਮੈਂ, ਕਿਉਂਕਿ ਉੱਥੇ ਬਹਾਵਲ ਨਗਰ ਤੱਕ ਕੋਈ ਕਾਲਜ ਹੈ ਨਹੀਂ ਸੀ ਨੇੜੇ ਤੇੜੇ ਹੋਰ, ਤੇ ਮੈਂ ਫਿਰੋਜ਼ਪੁਰ ਸਿਟੀ ਆਰਐਸਡੀ ਕਾਲਜ ਵਿੱਚ ਦਾਖਲਾ ਲਿਆ 1943 ਵਿੱਚ। ਉਹ ਕਾਲਜ 1921 ਦਾ ਐਸਟੈਬਲਿਸ਼ਡ ਹੈ ਔਰ ਬਹੁਤ ਪੁਰਾਣਾ ਕਾਮਯਾਬ ਕਾਲਜ ਹੈ। ਅੱਛਾ, ਇੱਥੇ ਪਰ ਤੁਸੀਂ ਕਿੰਨਾ ਚਿਰ ਪੜ੍ਹੇ ਇੱਥੇ? ਇੱਥੇ ਤੁਹਾਡੇ ਪ੍ਰਿੰਸੀਪਲ ਕੌਣ ਸੀ ਨਾਲੇ? ਇੱਥੇ ਜੀ ਪ੍ਰਿੰਸੀਪਲ FC ਅਰੋੜਾ ਸਾਹਿਬ ਸਨ ਉਸ ਵਕਤ, ਔਰ ਮੈਂ ਇੱਥੇ 2 ਸਾਲ ਹੀ ਪੜ੍ਹਿਆ ਤੇ 1945 ਵਿੱਚ ਇਹ RSD ਕਾਲਜ ਫਿਰੋਜ਼ਪੁਰ ਛੱਡਣ ਤੋਂ ਬਾਅਦ ਮੈਨੂੰ ਨੌਕਰੀ ਮਿਲ ਗਈ ਇੰਪੀਰੀਅਲ ਬੈਂਕ ਆਫ ਇੰਡੀਆ ਵਿੱਚ, ਤੇ ਉਹ ਮੈਂ ਨੌਕਰੀ ਸ਼ੁਰੂ ਕਰ ਦਿੱਤੀ। ਇਹ ਉਹ ਬੈਂਕ ਹੈ ਜਿਹੜਾ ਬਾਅਦ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਬਣਿਆ ਜਿਹੜਾ? ਹਾਂਜੀ, ਇਹ ਪਹਿਲੇ ਇਸ ਦਾ ਨਾਮ ਇੰਪੀਰੀਅਲ ਬੈਂਕ ਆਫ ਇੰਡੀਆ ਸੀ ਔਰ 1 ਜੁਲਾਈ 1955 ਤੋਂ ਇਸ ਦਾ ਨਾਮ ਬਦਲ ਕੇ ਸਟੇਟ ਬੈਂਕ ਆਫ ਇੰਡੀਆ ਬਣੀ। ਇਹ 'ਚ ਤੁਹਾਨੂੰ ਨੌਕਰੀ ਮਿਲ ਗਈ ਕਿਹੜੀ ਪੋਸਟ ਤੇ? ਮੈਨੂੰ ਜੀ ਗੋਡਾਊਨ ਕੀਪਰ ਦੀ ਨੌਕਰੀ ਮਿਲੀ ਸੀ ਹਰੂਨਾਬਾਦ ਸ਼ਹਿਰ ਦੇ ਵਿੱਚ। ਹਰੂਨਾਬਾਦ ਕਾਟਨ ਫੈਕਟਰੀ ਦੇ ਵਿੱਚ ਮੈਂ ਗੋਡਾਊਨ ਕੀਪਰ ਦੇ ਤੌਰ ਤੇ ਨੌਕਰੀ ਲੱਗਿਆ ਸਾਂ, ਔਰ ਇਹ ਹਰੂਨਾਬਾਦ ਇੰਪੀਰੀਅਲ ਬੈਂਕ ਦਾ ਸਬ ਆਫਿਸ ਸੀ ਜਿਹੜਾ ਕਿ ਅਬੋਹਰ ਇਸ ਦੀ ਪੇਰੈਂਟ ਬ੍ਰਾਂਚ ਸੀ। ਅਬੋਹਰ ਬ੍ਰਾਂਚ ਦੇ ਅੰਡਰ ਸਬ ਆਫਿਸ ਸੀ ਹਰੂਨਾਬਾਦ ਇੰਪੀਰੀਅਲ ਬੈਂਕ ਆਫ ਇੰਡੀਆ। ਜਿਹੜਾ ਇਹ ਤੁਸੀਂ ਪੜ੍ਹੇ ਵੀ ਹੋ, ਇੱਥੇ ਵੀ ਪੜ੍ਹੇ, ਕਾਲਜ ਪੜ੍ਹੇ ਤੁਸੀਂ ਜਾ ਕੇ, ਉਸ ਤੋਂ ਬਾਅਦ ਜਿਹੜਾ ਮਾਹੌਲ ਸੀ ਉਸ ਟਾਈਮ ਆਪਸ ਦੇ ਵਿੱਚ, ਜਿਹੜਾ ਫਿਰਕਿਆਂ ਦਾ, ਹਿੰਦੂ ਦਾ, ਸਿੱਖ ਦਾ, ਮੁਸਲਮਾਨ ਦਾ, ਇਹ ਮਾਹੌਲ ਕਿਸ ਤਰ੍ਹਾਂ ਦਾ, ਮੋਹ ਮਿਲਾਪ ਜਾਂ ਆਪਸ ਮਿਲਵਰਤਨ ਕਿਸ ਤਰ੍ਹਾਂ ਦਾ ਸੀਗਾ? ਬਿਲਕੁਲ ਜੀ, ਭੈਣ ਭਰਾਵਾਂ ਵਾਂਗੂ ਆਪਸ ਵਿੱਚ ਮਿਲਦੇ ਵਰਤਦੇ ਸੀਗੇ। ਕੋਈ ਫਰਕ ਨਹੀਂ ਸੀ ਕਿਸੇ ਦਾ ਵੀ ਇਹ ਹਿੰਦੂ ਹੈ ਕਿ ਸਿੱਖ ਹੈ ਕਿ ਮੁਸਲਮਾਨ ਹੈ। ਆਪਸ ਵਿੱਚ ਇਕੱਠਾ ਖਾਣਾ ਪੀਣਾ ਵੀ ਸੀਗਾ, ਹੱਸਣਾ ਖੇਡਣਾ ਵੀ ਸੀਗਾ ਤੇ ਭਾਈਚਾਰਾ ਪੂਰਾ ਕਾਇਮ ਸੀਗਾ। ਕੋਈ ਫਰਕ ਵਾਲੀ ਗੱਲ ਨਹੀਂ ਸੀਗੀ, ਸਭ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ। ਮਤਲਬ ਉਸ ਟਾਈਮ ਜਿਹੜੀ ਮੋਹ ਮੁਹੱਬਤ ਸੀ ਉਹ ਪੂਰੀ ਸੀਗੀ? ਬਿਲਕੁਲ ਜੀ, ਪੂਰੀ, ਹਰ ਤਰ੍ਹਾਂ ਦੇ ਨਾਲ ਪੂਰੀ ਸੀ। ਕੋਈ ਫਰਕ ਵਾਲੀ ਗੱਲ ਨਹੀਂ ਸੀਗੀ, ਆਪਸ ਵਿੱਚ ਮੇਲ ਜੋਲ ਸੀਗਾ ਸਾਰਾ। ਤੇ ਜਿਹੜਾ ਤੁਹਾਨੂੰ ਕਿੰਨੀ ਕੁ ਤਨਖਾਹ ਮਿਲਦੀ ਸੀ ਉਸ ਟਾਈਮ ਤੁਹਾਨੂੰ? ਮੈਂ ਜੀ ਉਦੋਂ 50 ਰੁਪਏ ਦੇ ਉੱਤੇ ਭਰਤੀ ਹੋਇਆ ਸਾਂਗਾ ਇੰਪੀਰੀਅਲ ਬੈਂਕ ਆਫ ਇੰਡੀਆ ਦੇ ਵਿੱਚ। 50 ਰੁਪਏ ਨਾਲ ਗੁਜਰਾਤ ਚੰਗਾ ਚੱਲਦਾ ਸੀ ਉਸ ਟਾਈਮ? 50 ਰੁਪਏ ਦੇ ਜੀ ਬੜੀ ਬਰਕਤ ਹੁੰਦੀ ਸੀਗੀ ਉਦੋਂ। ਰੁਪਏ ਕਿਲੋ ਤਾਂ ਘਿਓ ਸੀਗਾ ਦੇਸੀ, ਤੇ ਹੁਣ ਤਾਂ ਰੁਪਿਆ ਕੋਈ ਬੱਚਾ ਵੀ ਲੈ ਕੇ ਖੁਸ਼ ਨਹੀਂ ਹੈਗਾ। ਤੇ ਹੁਣ ਤਾਂ ਜੇ 100 ਦਾ ਨੋਟ ਹੋਵੇ ਤਾਂ ਉਹਦੀ ਕੋਈ ਵੈਲਿਊ ਨਹੀਂ ਜੇਬ 'ਚ, ਤੇ ਉਦੋਂ 50 ਰੁਪਏ ਦੇ ਵਿੱਚ ਮਹੀਨਾ ਖੁਸ਼ੀਆਂ ਦੇ ਨਾਲ ਨਿਕਲਦਾ। ਬੜੀ ਵੱਡੀ ਗੱਲ ਸੀ, ਬੜੀ ਖੁਸ਼ੀ ਵਾਲੀ ਗੱਲ ਸੀ ਵੀ ਬੈਂਕ ਦੇ ਵਿੱਚ ਸਰਵਿਸ ਮਿਲੀ, ਤੇ ਉਹ ਵੀ 50 ਰੁਪਏ ਮਹੀਨਾ। ਅੱਛਾ, ਹੁਣ ਇਹ ਦੱਸਿਓ ਕਿ ਬੜੀ ਵੱਡੀ ਜਦੋਜਹਿਦ ਕੀਤੀ ਸਾਡੇ ਮੁਸਲਮਾਨ, ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ। ਬੜੇ ਔਖੇ ਤਸੀਹੇ ਸਹੇ ਉਹਨਾਂ ਨੇ, ਬੜੀਆਂ ਕੁਰਬਾਨੀਆਂ ਕੀਤੀਆਂ, ਤੇ ਜਿਹੜਾ ਅੰਗਰੇਜ਼ ਹਾਕਮ ਨੂੰ ਇੱਥੋਂ ਕੱਢਣ ਵਾਸਤੇ ਉਸ ਤੋਂ ਬਾਅਦ ਮੁਲਕ ਦੀ ਆਜ਼ਾਦੀ ਦੀ ਗੱਲ ਚੱਲ ਪਈ। ਇਹ ਜਦੋਂ ਮੁਲਕ ਦੀ ਆਜ਼ਾਦੀ ਦੀ ਗੱਲ ਚੱਲੀ ਤੇ ਨਾਲ ਦੀ ਨਾਲ ਜਿਹੜੀ ਆ ਉਹ ਪੰਜਾਬ ਦੇ ਵੰਡ ਦੀ ਗੱਲ ਚੱਲ ਪਈ, ਜਿਹੜੀ ਸਾਡੇ ਪੰਜਾਬੀਆਂ ਉੱਤੇ ਬੜਾ ਗ੍ਰਹਿਣ ਵਾਂਗੂ ਸ਼ੁਰੂ ਹੋ ਗਈ ਕਿ ਸਾਡਾ ਬੜਾ ਵੱਡਾ ਪੱਧਰ ਤੇ ਨੁਕਸਾਨ ਹੋਇਆ। ਉਹ ਜਦੋਂ ਦੇਸ਼ ਦੀ ਆਜ਼ਾਦੀ ਦੀ ਲਹਿਰ ਦਾ ਅੰਤ ਹੋਇਆ ਤੇ ਮੁਲਕ ਆਜ਼ਾਦ ਹੋਇਆ, ਤੇ ਉਸ ਟਾਈਮ ਜਿਹੜਾ ਵੰਡ ਹੋਈ ਪੰਜਾਬ ਦੀ, ਉਹ ਮਾਹੌਲ ਕਿਦਾਂ ਤੁਸੀਂ ਵੇਖਿਆ? ਉਸ ਟਾਈਮ ਤੁਸੀਂ ਕਿੱਥੇ ਸੀ? ਇਸ ਤਰ੍ਹਾਂ ਜੀ ਕਿ ਆਜ਼ਾਦੀ ਲਈ, ਮੁਲਕ ਦੀ ਇੰਡੀਪੈਂਡੈਂਸ ਵਾਸਤੇ ਸਭ ਕੌਮਾਂ ਨੇ, ਹਿੰਦੂਆਂ, ਸਿੱਖਾਂ, ਮੁਸਲਮਾਨਾਂ ਨੇ ਮਿਲ ਜੁਲ ਕੇ ਪਿਆਰ ਦੇ ਨਾਲ ਹਿੰਮਤ ਦਿਖਾਈ, ਔਰ ਸਾਰਿਆਂ ਨੇ ਇਸ ਦੇ ਵਿੱਚ ਹਿੱਸਾ ਸਾਂਝੇ ਤੌਰ ਤੇ ਪਾਇਆ ਹੈ। ਕਿਸੇ ਦੇ ਮਨ ਵਿੱਚ ਉਸ ਵਕਤ ਕੋਈ ਫਰਕ ਨਹੀਂ ਸੀਗਾ ਕਿ ਇਹ ਕਿਸ ਮਜ਼ਹਬ ਨੂੰ ਬਿਲੋਂਗ ਕਰਦਾ ਹੈ। ਕੋਈ ਆਜ਼ਾਦੀ ਦੇ ਲਈ ਸਭ ਮਿਲ ਕੇ ਲੜਦੇ ਰਹੇ, ਮਗਰ ਜਦੋਂ ਆਜ਼ਾਦੀ ਦੀ ਲਹਿਰ ਤੋਂ ਬਾਅਦ ਵੰਡ ਦਾ ਵਕਤ ਆਇਆ ਤੇ ਉਦੋਂ ਅੰਗਰੇਜ਼ਾਂ ਨੇ ਇਸ ਮੁਲਕ ਦੀ ਵੰਡ ਦਾ ਇਹ ਸ਼ੁਰੂ ਕਰਤਾ ਪ੍ਰੋਗਰਾਮ, ਤੇ ਨਫ਼ਰਤ ਪੈਦਾ ਹੋ ਗਈ ਕਿ ਇਹ ਬਈ ਪਾਕਿਸਤਾਨ ਬਣ ਚੱਲਿਆ ਹੈ। ਉਹ ਜਦੋਂ ਇਹ ਗੱਲ ਮਾਹੌਲ ਚੱਲੀ, ਤੁਸੀਂ ਉਸ ਟਾਈਮ ਕਿੱਥੇ ਸੀਗੇ? ਮੈਂ ਉਸ ਵਕਤ ਜੀ ਹਰੂਨਾਬਾਦ ਹੀ ਸਾਂ, ਮਗਰ ਮੇਰੇ ਜਿਹੜੇ ਮਾਂ-ਬਾਪ ਹਨ ਉਹ ਬਹਾਵਲ ਨਗਰ ਸਨ, ਮੈਥੋਂ 45 ਕਿਲੋਮੀਟਰ ਦੂਰ ਸਨ ਉਹ। ਅੱਛਾ, ਉਦੋਂ ਕੋਈ ਟੈਲੀਫੋਨ ਦਾ ਤੇ ਕੋਈ ਸੰਪਰਕ ਨਹੀਂ ਸੀਗਾ, ਤੇ ਦੰਗੇ ਵੀ ਸ਼ਹਿਰਾਂ 'ਚ ਭੜਕਣੇ ਸ਼ੁਰੂ ਹੋ ਗਏ। ਖਬਰਾਂ ਮਿਲਣ ਡੈ ਪਈਆਂ, ਦੱਸਦੇ ਨੇ ਕਿ ਅਫਰਾ ਤਫਰੀ ਫੈਲਣੀ ਸ਼ੁਰੂ ਹੋ ਗਈ, ਤੇ ਉਦੋਂ ਤੁਹਾਡੇ ਮਨ ਤੇ ਕੀ ਬੀਤਿਆ? ਇਸ ਤਰ੍ਹਾਂ ਜੀ, ਜਦੋਂ ਉਥੋਂ ਪਾਕਿਸਤਾਨ ਵੱਲੋਂ ਕੁਝ ਆਦਮੀ ਨਿਕਲ ਕੇ ਇੱਧਰ ਜਿਹੜੇ ਆ ਰਹੇ ਸਨ ਮਾਈਗ੍ਰੇਸ਼ਨ ਦੇ ਨਾਲ, ਉਹਨਾਂ ਦੇ ਦਿਲ ਵਿੱਚ
ਇੱਕ ਬਦਲੇ ਦੀ ਭਾਵਨਾ ਸੀ ਤੇ ਨਫ਼ਰਤ ਸੀ। ਉਹ ਆਣ ਕੇ ਜਲੂਸ ਕੱਢਦੇ ਸਨ ਤੇ ਨਫ਼ਰਤ ਪੈਦਾ ਕਰਦੇ ਸੀਗੇ ਤੇ ਦੰਗੇ ਫੈਲਾਉਂਦੇ ਸੀਗੇ। ਪੇਰੈਂਟਸ ਕਿਉਂਕਿ ਮੇਰੇ ਬਹਾਵਲ ਨਗਰ ਸਨ ਤੇ ਮੈਂ 45 ਕਿਲੋਮੀਟਰ ਦੂਰ ਹਰੂਨਾਬਾਦ ਸਾਂ। ਇੱਕ ਦੂਸਰੇ ਦੀ ਕੋਈ ਖਬਰ ਦਾ ਕੋਈ ਵਸੀਲਾ ਨਹੀਂ ਸੀ ਕਿ ਆਉਣ ਜਾਣ ਵਾਲੇ। ਟ੍ਰੇਨਾਂ ਵੀ ਉਦੋਂ ਬੰਦ ਹੋ ਗਈਆਂ, ਬੱਸਾਂ ਵੀ ਬੰਦ ਹੋ ਗਈਆਂ ਤੇ ਸਿਰਫ ਨਾ ਹੀ ਕੋਈ ਟੈਲੀਫੋਨ ਦਾ ਜ਼ਰੀਆ ਸੀ, ਨਾ ਹੀ ਕੋਈ ਉਦੋਂ ਮੋਬਾਈਲ ਹੁੰਦੇ ਸਨ। ਇਸ ਵਾਸਤੇ ਸੁਣੀ ਸੁਣਾਈ ਗੱਲ ਕੋਈ ਆਇਆ ਗਿਆ ਹੋਵੇ ਤਾਂ ਪਤਾ ਲੱਗ ਜਾਂਦਾ ਸੀ, ਵਰਨਾ ਕੋਈ ਖਬਰ ਨਹੀਂ ਸੀ ਮਿਲਦੀ ਕਿ ਕਿਸੇ ਦਾ ਕੀ ਹਾਲ ਹੈ। ਕਿੰਨੇ ਦਿਨਾਂ ਬਾਅਦ ਉੱਥੋਂ ਫਿਰ ਨਿਕਲੇ ਇੱਧਰ ਨੂੰ ਆਪਣੇ ਭਾਰਤ ਵਾਲੇ ਬੰਨੇ ਨਿਕਲੇ ਤੁਸੀਂ? ਉਥੇ ਹਰੂਨਾਬਾਦ ਵੀ ਇੱਕ ਦੋ ਜਲੂਸ ਨਿਕਲੇ ਸਨ, ਮਗਰ ਉਥੋਂ ਦੇ ਜਿਹੜੇ ਮੁਖੀ ਸਨ ਹੈਡ ਹਰੂਨਾਬਾਦ ਮੰਡੀ ਦੇ ਮੀਆਂ ਫਤਿਹ ਮੁਹੰਮਦ ਜੀ, ਉਹਨਾਂ ਨੇ ਬੜਾ ਲਲਕਾਰ ਕੇ ਕਿਹਾ ਬਈ ਮੇਰੇ ਸ਼ਹਿਰ ਵਿੱਚ ਅਮਨ ਰਹਿਣਾ ਚਾਹੀਦਾ ਹੈ, ਅਮਨ ਭੰਗ ਨਾ ਕਰੇ, ਕੋਈ ਕੋਸ਼ਿਸ਼ ਨਾ ਕਰੇ। ਜਿਹੜਾ ਅਮਨ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਉਹ ਮੈਂ ਉਹਨੂੰ ਅੱਛੀ ਤਰ੍ਹਾਂ ਨਹੀਂ ਠੀਕ ਨਹੀਂ ਸਮਝਾਂਗਾ। ਔਰ ਬਿਲਕੁਲ ਇੱਥੇ ਪੀਸਫੁਲ ਅਮਨ ਰਹਿਣਾ ਚਾਹੀਦਾ ਹੈਗਾ, ਪੀਸਫੁਲ ਮਾਹੌਲ ਰਹਿਣਾ ਚਾਹੀਦਾ ਹੈ। ਉਸ ਦੇ ਹਿੰਮਤ ਦੇ ਨਾਲ, ਉਹਨਾਂ ਦੇ ਅੱਛੇ ਵਿਚਾਰਾਂ ਦੇ ਨਾਲ ਉਥੇ ਅਮਨ ਕਾਇਮ ਰਿਹਾ। ਮਗਰ ਫਿਰ ਵੀ ਲੋਕਾਂ ਦੇ ਮਨ ਵਿੱਚ ਕਿਉਂਕਿ ਡਰ ਸੀ ਔਰ ਉਹ ਜੱਥੇ ਬਣਾ ਕੇ ਉਥੋਂ ਮਾਈਗ੍ਰੇਟ ਕਰਨਾ ਕੁਝ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਐਸਤਾ ਐਸਤਾ। ਤੁਹਾਡੇ ਗੱਲ ਤੋਂ ਮਤਲਬ ਇਹ ਹੋਇਆ ਕਿ ਜਿਹੜੇ ਉੱਥੋਂ ਦੇ ਰਹਿਣ ਵਾਲੇ ਸੀ, ਉਹਦੇ ਮੁਖੀ ਕੀ ਨਾਂ ਦੱਸਿਆ ਤੁਹਾਨੂੰ ਉਹਨਾਂ ਦਾ? ਮੀਆਂ ਫਤਿਹ ਮੁਹੰਮਦ ਜੀ। ਉਹ ਇੱਕ ਸੱਚੇ ਤੇ ਸੁੱਚੇ ਮੁਸਲਮਾਨ ਸੀਗੇ। ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮੇਰੇ ਸ਼ਹਿਰ ਦੇ ਵਿੱਚ, ਮੇਰੀ ਜਿਹੜਾ ਇਲਾਕਾ ਵਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੰਗੇ ਨਹੀਂ ਭੜਕਣੇ ਚਾਹੀਦੇ, ਕੋਈ ਇੱਥੇ ਇਹੋ ਜਿਹਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ, ਜਿਸ ਕਰਕੇ ਜਿਹੜਾ ਤੁਸੀਂ ਸੁਰੱਖਿਅਤ ਰਹੇ ਉੱਥੋਂ ਦੇ ਜੀ। ਹਰੂਨਾਬਾਦ ਦੇ ਮੰਡੀ ਦੇ ਸਾਰੇ ਹੀ ਹਿੰਦੂ ਸਿੱਖ ਬਿਲਕੁਲ ਸਹੀ ਸੁਰੱਖਿਅਤ ਰਹੇ। ਉਹਨਾਂ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਹੈਗੀ ਆ। ਸਿਰਫ ਇਹ ਉਹਨਾਂ ਦੀ ਮੀਆਂ ਫਤਿਹ ਮੁਹੰਮਦ ਜੀ ਦੀ ਫਰਾਖ ਦਿਲੀ ਔਰ ਪਿਆਰ ਦਾ ਵਜ੍ਹਾ ਕਰਕੇ। ਤੁਸੀਂ ਉੱਥੋਂ ਨਿਕਲ ਪਏ, ਤੁਰ ਪਏ ਤੁਸੀਂ? ਉੱਥੋਂ ਜਥੇ ਬਣ ਕੇ, ਕਿਉਂਕਿ ਉਧਰ ਰਾਜਸਥਾਨ ਦੀ ਹੱਦ ਉੱਥੋਂ ਨਜ਼ਦੀਕ ਸੀਗੀ, ਕੋਈ ਤਕਰੀਬਨ 15-20 ਕਿਲੋਮੀਟਰ ਹੋਣੀ ਹੈਗੀ ਆ। ਮੈਨੂੰ ਪੂਰਾ ਡਿਸਟੈਂਸ ਤੇ ਪਤਾ ਨਹੀਂ ਹੈਗਾ। ਉਧਰ ਨੂੰ ਜਥੇ ਚੱਲਦੇ ਸਨਗੇ ਔਰ ਉਧਰ ਰਸਤੇ 'ਚ ਇੱਕ ਨਹਿਰ ਆਂਦੀ ਹੈ ਜਿਸ ਦੇ ਆਰ ਪਾਰ ਰਾਜਸਥਾਨ ਦਾ ਏਰੀਆ ਆ ਜਾਂਦਾ ਹੈਗਾ। ਉੱਥੋਂ ਜਥੇ ਚੱਲਦੇ ਸੀ ਤੇ ਕੁਝ ਦੂਰੀ ਤੇ ਜਿਹੜਾ ਨੇੜੇ ਪਹਿਲੇ ਪਿੰਡ ਆ ਜਾਂਦਾ ਸੀ, ਠਹਿਰ ਜਾਂਦੇ ਸੀ, ਇਹ ਸੋਚ ਕੇ ਕਿ ਸ਼ਾਇਦ ਅਮਨ ਕਾਇਮ ਹੋ ਜਾਵੇਗਾ ਤੇ ਵਾਪਸ ਜਾਣਾ ਕਿਸਮਤ ਵਿੱਚ ਨਸੀਬ ਹੋਵੇਗਾ। ਮਗਰ ਐਸਾ ਹਾਲਤ ਆ ਸੀਗੀ ਵੀ ਇਹ ਮਾਹੌਲ ਜਿਹੜਾ ਵਾ ਇਹ ਸ਼ਾਂਤ ਹੋ ਜਾਣਾ ਤੇ ਅਸੀਂ ਫਿਰ ਵਾਪਸ ਆ ਜਾਣਾ। ਹਰ ਕੋਈ ਸੋਚਦਾ ਸੀਗਾ ਵੀ ਇਹ ਮਾਹੌਲ ਜਿਹੜਾ ਹੈਗਾ ਹੈ ਵਿਗੜਨਾ ਨਹੀਂ ਹੈਗਾ, ਠੀਕ ਹੋ ਜਾਏਗਾ, ਕੁਝ ਦਿਨ ਦੀ ਮਾਮੂਲੀ ਇਹ ਟੈਂਪਰੇਰੀ ਫੇਜ਼ ਹੈ। ਮਗਰ ਐਸਾ ਨਾ ਹੋ ਸਕਿਆ ਔਰ ਦਿਨੋਂ ਦਿਨ ਮਾਹੌਲ ਵਿਗੜਦਾ ਗਿਆ ਤੇ ਇਸ ਵਾਸਤੇ ਜੱਥੇ ਅੱਗੇ ਤੋਂ ਅੱਗੇ ਚੱਲਦੇ ਗਏ। ਤੁਸੀਂ ਇੱਧਰਲੇ ਬੰਨੇ ਫਿਰ ਭਾਰਤ ਵਾਲੇ ਪਾਸੇ ਕਿੱਥੋਂ ਐਂਟਰ ਕੀਤਾ ਜੀ? ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈ ਕਿ ਇਹ ਰਾਜਸਥਾਨ ਦੀ ਹੱਦ ਵਿੱਚ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਸ਼ਾਇਦ ਉਹ ਕਰਨ ਸਿੰਘਪੁਰ ਮੰਡੀ ਸੀ, ਮੈਨੂੰ ਹੁਣ ਯਾਦ ਨਹੀਂ ਰਿਹਾ। ਉੱਥੇ ਆਣ ਕੇ ਅਸੀਂ ਠਹਿਰ ਗਏ। ਉੱਥੇ ਤਕਰੀਬਨ 5-6 ਦਿਨ ਠਹਿਰਨ ਦਾ ਮੌਕਾ ਮਿਲਿਆ। ਇਹ ਦੱਸਿਓ ਕਿ ਤੁਹਾਡੇ ਸਤਿਕਾਰਯੋਗ ਪਿਤਾ ਜੀ ਜਾਂ ਬਾਕੀ ਪਰਿਵਾਰ ਸੀ, ਭੈਣ ਭਰਾ ਤੁਹਾਡੇ, ਉਹ ਸਾਰੇ ਪਿੰਡ ਸੀ ਬਹਾਵਲ ਨਗਰ ਰਹਿ ਰਹੇ ਉੱਥੇ, ਤੇ ਉਹ ਤੁਹਾਨੂੰ ਉੱਥੋਂ ਦਾ ਪਤਾ ਨਹੀਂ ਲੱਗ ਰਿਹਾ ਉਹਨਾਂ ਨਾਲ ਕੋਈ, ਤੇ ਕੀ ਤੁਹਾਨੂੰ ਬੜਾ ਇੱਕ ਦੁਚਿੱਤੀ ਸੀ, ਇੱਕ ਤੇ ਆਪਣੀ ਜਾਨ ਬਚਾਉਣੀ, ਇੱਕ ਉਹਨਾਂ ਦੀ ਜਾਨ ਦਾ ਵੀ ਖਤਰਾ ਕਿ ਉਹ ਕਿਸ ਹਾਲਾਤ 'ਚ ਹੋਣਗੇ? ਉੱਥੇ ਜੀ ਜਿੱਥੇ ਕਰਨ ਸਿੰਘਪੁਰ ਠਹਿਰੇ ਹੋਏ ਸੀ ਗੰਗਾਨਗਰ ਜ਼ਿਲ੍ਹੇ ਵਿੱਚ, ਉੱਥੇ ਕੁਝ ਉੱਡਦੀ ਅਫਵਾਹ ਮਿਲੀ ਔਰ ਕੋਈ ਪਤਾ ਨਹੀਂ ਸੀ ਵੀ ਇਹ ਸੱਚਾਈ ਕਿੰਨੀ ਹੈ ਤੇ ਗਲਤ ਕਿੰਨੀ ਹੈ। ਔਰ ਪਤਾ ਲੱਗਿਆ ਕਿ ਜਿਹੜੇ ਉੱਥੇ ਸਿੱਖ ਇਕੱਠੇ ਕੀਤੇ ਸੀ ਇੱਕ ਘਰ ਵਿੱਚ, ਜਿਨ੍ਹਾਂ ਨੂੰ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਅਸੀਂ ਤੁਹਾਨੂੰ ਮਾਈਗ੍ਰੇਟ ਕਰਕੇ ਟ੍ਰੇਨ ਦੇ ਰਸਤੇ ਇੰਡੀਆ ਦੀ ਹੱਦ ਵਿੱਚ ਪਹੁੰਚਾ ਦੇਵਾਂਗੇ, ਉਹਨਾਂ ਦਾ ਇਹ ਉੱਥੇ ਇੱਕ ਸਰਦਾਰ ਸਾਹਿਬ ਦਾ ਬੜਾ ਖੁੱਲਾ ਮਕਾਨ ਸੀ, ਬਿਲਡਿੰਗ ਸੀਗੀ ਅੱਛੀ ਤਕੜੀ ਬਹਾਵਲ ਨਗਰ ਵਿੱਚ, ਤੇ ਉੱਥੇ ਉਹਨਾਂ ਦਾ ਕਤਲੇਆਮ ਕਰ ਦਿੱਤਾ ਗਿਆ। ਇਹ ਉੱਥੇ ਮੈਨੂੰ ਜਿੱਥੇ ਗੰਗਾਨਗਰ ਜ਼ਿਲ੍ਹੇ 'ਚ ਜਾ ਕੇ ਅਸੀਂ ਰੁਕੇ ਸੀ ਉੱਥੇ ਅਫਵਾਹ ਮਿਲੀ ਸੀਗੀ। ਤੇ ਇਹ ਉਸ ਤੋਂ ਬਾਅਦ ਫਿਰ ਮੈਂ ਉੱਥੋਂ, ਕਿਉਂਕਿ ਟ੍ਰੇਨਾਂ ਬੰਦ ਸਨ, ਬੱਸਾਂ ਵੀ ਬੰਦ ਸਨ, ਜੱਥੇ ਦੇ ਨਾਲ ਪੈਦਲ ਚੱਲ ਪਿਆ ਬਠਿੰਡਾ ਦੀ ਤਰਫ ਨੂੰ ਆਉਣ ਨੂੰ। ਤੇ ਐਸਾ ਚੱਲਦਾ ਕਦੇ
10 ਮੀਲ ਚੱਲ ਲੈਣਾ, ਕਦੇ ਕਿਸੇ ਨਾਲ 12 ਮੀਲ, ਕਦੇ ਘੱਟ ਕਦੇ ਵੱਧ। ਤਾਂ ਡੱਬ ਵਾਲੀ ਪੈਦਲ ਚੱਲਦਾ ਚੱਲਦਾ ਮੈਂ ਪਹੁੰਚ ਗਿਆ ਔਰ ਰਸਤੇ ਵਿੱਚ ਲਾਸ਼ਾਂ ਦੇ ਢੇਰ ਮਿਲੇ ਹੁੰਦੇ ਸੀਗੇ, ਜਿਹੜੇ ਪਏ ਹੁੰਦੇ ਸੀਗੇ। ਉਹ ਦੇਖ ਕੇ ਬਹੁਤ ਦਿਲ ਘਬਰਾਉਂਦਾ ਸੀਗਾ ਕਿ ਇਹ ਪ੍ਰਮਾਤਮਾ ਕੀ ਪਾਣਾ ਬੀਤ ਗਿਆ ਹੈ। ਔਰ ਡੱਬ ਵਾਲੀ ਤੋਂ ਆਣ ਕੇ ਮੈਨੂੰ ਕੁਝ ਪਤਾ ਲੱਗਿਆ ਵੀ 4 ਸਿੱਖ ਜਿਹੜੇ ਅਣਗੇ ਨੇ ਉੱਥੇ ਬਚੇ ਹਨ ਬਹਾਵਲ ਨਗਰ, ਤੇ ਉਹਨਾਂ ਵਿੱਚ ਸ਼ਾਇਦ ਮੇਰੇ ਬਾਪੂ ਜੀ ਵੀ ਸਰਦਾਰ ਹਰੀ ਸਿੰਘ ਜੀ ਵੀ ਹਨ। ਤਾਂ ਉੱਥੋਂ ਮੈਂ ਡੱਬ ਵਾਲੀ 2 ਦਿਨ ਰੁਕਣ ਤੋਂ ਬਾਅਦ ਮੈਂ ਬਠਿੰਡੇ ਪਹੁੰਚ ਗਿਆ। ਉੱਥੇ ਆਣ ਕੇ ਪਤਾ ਲੱਗਿਆ ਕਿ ਬਈ ਤੇਰੇ ਬਾਪੂ ਜੀ, ਮੈਨੂੰ ਕਿਸੇ ਨੇ ਦੱਸਿਆ ਕਿ ਤੇਰੇ ਬਾਪੂ ਜੀ ਜ਼ਿੰਦਾ ਹਨ ਉਹ 4 ਸਿੱਖਾਂ ਦੇ ਵਿੱਚ, ਕਿ ਉਹ ਗਿੱਦੜਬਾਹਾ ਪਹੁੰਚੇ ਹੋਏ ਹਨ। ਤਾਂ ਉੱਥੋਂ ਫਿਰ ਮੈਂ ਗਿੱਦੜਬਾਹਾ ਪਹੁੰਚ ਗਿਆ ਤੇ ਉੱਥੇ ਮੈਨੂੰ ਉਹਨਾਂ ਦਾ ਮੇਲ ਹੋਇਆ ਤੇ ਮੈਨੂੰ ਸੁੱਖ ਦਾ ਸਾਹ ਆਇਆ ਕਿ ਮੇਰੇ ਬਾਪੂ ਜੀ ਤੇ ਮੇਰੀ ਮਾਂ ਦੇ ਵਰਸੇ ਵੱਜੇ ਹੋਏ ਸੀਗੇ ਪਿੱਠ ਦੇ ਉੱਤੇ, ਉਹ ਜਦੋਂ ਕਤਲੇਆਮ ਹੋਇਆ ਹੈਗਾ। ਕਿਉਂ ਉੱਥੇ ਜਿਹੜਾ ਤੁਹਾਡੇ ਜੋ ਸਤਿਕਾਰਯੋਗ ਪਿਤਾ ਜੀ ਮਿਲ ਗਏ ਤੁਹਾਨੂੰ, ਤੇ ਤੁਹਾਡੇ ਮਨ 'ਚ ਇੱਕ ਤੇ ਖੁਸ਼ੀ ਦੀ ਜਿਹੜੇ ਬਣ ਗਿਆ, ਤੁਹਾਡੇ ਵੀ ਖੁਸ਼ੀ, ਤੁਹਾਨੂੰ ਬੜੀ ਅੰਤਾਂ ਦੀ ਖੁਸ਼ੀ ਚੜ ਗਈ। ਤੇ ਉਹ ਫਿਰ ਦੱਸਿਆ ਕਿ ਤੁਹਾਡੇ ਪਿਤਾ ਜੀ ਨੇ ਵੀ ਉਹਨਾਂ ਨਾਲ ਕੀ ਕੁਝ ਵਾਪਰਿਆ, ਉਹਦੇ ਪਰਿਵਾਰ ਨਾਲ ਕੀ ਵਾਪਰਿਆ? ਉਹਨਾਂ ਨੇ ਜੀ ਮੈਨੂੰ ਇਹ ਦੱਸਿਆ ਹੈਗਾ ਕਿ ਬਈ ਇਸ ਤਰ੍ਹਾਂ ਹੈ ਵੀ ਜਿਹੜੇ ਮੇਰੇ ਚਾਚਾ ਜੀ ਦੇ ਲੜਕੇ ਤੇ ਮੇਰੀ ਭੂਆ ਜੀ ਦੇ ਲੜਕੇ ਜਿਹੜੇ ਮੈਥੋਂ ਵੱਡੀ ਉਮਰ ਦੇ ਸਨ, ਉਹਨਾਂ ਦਾ ਨਾਂ, ਇੱਕ ਦਾ ਨਾ ਚਾਚੇ ਜੀ ਦੇ ਲੜਕੇ ਦਾ ਨਾਂ ਸੀਗਾ ਗੁਲਜ਼ਾਰ ਸਿੰਘ ਤੇ ਭੂਆ ਜੀ ਦੇ ਲੜਕੇ ਦਾ ਨਾਂ ਨਿਹਾਲ ਸਿੰਘ, ਤੇ ਉਹ ਕੋਟਕਪੂਰੇ ਨੂੰ ਨਿਹਾਲ ਸਿੰਘ ਬਿਲੋਂਗ ਕਰਦੇ ਸੀਗੇ। ਤੇ ਚਾਚਾ ਜੀ ਦੇ ਲੜਕੇ ਤਾਂ ਉੱਥੇ ਬਹਾਵਲ ਨਗਰ ਹੀ ਰਹਿੰਦੇ ਸੀਗੇ। ਤੇ ਚਾਚਾ ਜੀ ਮੇਰੇ ਪਹਿਲਾਂ ਆ ਗਏ ਸੀਗੇ ਇਸ ਝਗੜੇ ਤੋਂ ਕੁਝ ਦਿਨ ਪਹਿਲਾਂ, ਉਹ ਗਿੱਦੜ ਪਏ ਸਨਗੇ ਆਪਣੇ ਰਿਸ਼ਤੇਦਾਰਾਂ ਪਾਸ। ਤੇ ਉਹ ਬਾਪੂ ਜੀ ਦੇ ਦੱਸਣ ਤੋਂ ਪਤਾ ਲੱਗਿਆ ਵੀ ਉਹ 2 ਮਾਰੇ ਗਏ ਨੇ। ਤੇ ਜਦੋਂ ਉਹ ਰਾਤ ਨੂੰ ਗਹੀਰੇ ਦੇ ਵਿੱਚੋਂ ਨਿਕਲ ਕੇ ਬਾਪੂ ਜੀ ਮੇਰੇ ਆ ਰਹੇ ਸਨ ਤੇ ਉਹਨਾਂ ਦੋਨਾਂ ਦੀਆਂ ਲਾਸ਼ਾਂ ਉਹਨਾਂ ਨੇ ਦੇਖੀਆਂ। ਨਹੀਂ, ਤੁਹਾਡੇ ਬਾਪੂ ਜਿਹੜੇ ਉਹ ਗਹੀਰੇ 'ਚ ਵੜ ਗਏ ਸੀ? ਹਾਂ, ਉਹ ਜਦੋਂ ਇਹ ਕਤਲੇਆਮ ਹੋਇਆ ਉਹ ਪਾਥੀਆਂ ਦੇ ਗਹੀਰੇ ਵਿੱਚ ਛੁਪ ਗਏ ਸੀ ਮੇਰੇ ਬਾਪੂ ਜੀ। ਉੱਥੇ ਬਚਾ ਉਹਨਾਂ ਦਾ ਵਾਹਿਗੁਰੂ ਨੇ ਕੀਤਾ ਤੇ ਉਹ ਉੱਥੋਂ ਰਾਤ ਨੂੰ ਨਿਕਲ ਕੇ ਤੇ ਐਸਤਾ ਇਧਰੋਂ ਉਧਰੋਂ ਗਲੀਆਂ ਦੇ ਵਿੱਚੋਂ ਦੀ ਹੁੰਦੇ ਹਵਾਂਦੇ ਤੇ ਸਾਡੇ ਆਪਣੇ ਰਿਹਾਇਸ਼ੀ ਮਕਾਨ ਦੇ ਸਾਹਮਣੇ ਮਿਰਜ਼ਾ ਸਮੀਉੱਲਾ ਦਾ ਮਕਾਨ ਸੀ ਤੇ ਉਸ ਦੇ ਘਰ ਉਹ ਰਾਤ ਨੂੰ ਪਹੁੰਚ ਗਏ। ਤੇ ਉਹ ਜਦੋਂ ਦਰਵਾਜ਼ਾ ਖੜਕਾਇਆ ਤੇ ਮਿਰਜ਼ਾ ਸਮੀਉੱਲਾ ਨੇ ਦੇਖਿਆ ਵੀ ਇਹ ਹਰੀ ਸਿੰਘ ਆਇਆ ਹੈ ਤੇ ਮਿਰਜ਼ਾ ਸਮੀਉੱਲਾ ਨੂੰ ਵੀ ਬੜਾ ਅਫਸੋਸ ਲੱਗਾ। ਕਹਿੰਦਾ, ਸਰਦਾਰ ਹਰੀ ਸਿੰਘ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਭਰਾਵਾ ਤੂੰ ਮੇਰੇ ਕੋਲ ਆ ਜਾ, ਮੇਰੇ ਕੋਲ ਰਹਿ, ਤੇ ਤੂੰ ਮੰਨਿਆ ਨਹੀਂ। ਤਾਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਇਸ ਝਾਂਸੇ ਵਿੱਚ ਫਸ ਗਏ ਕਿ ਸਾਨੂੰ ਕਿਹਾ ਗਿਆ ਸੀ ਸਾਰੇ ਸਿੱਖ ਇਕੱਠੇ ਹੋ ਜਾਓ, ਅਸੀਂ ਟ੍ਰੇਨ ਦੇ ਰਸਤੇ ਇੰਡੀਆ ਪਹੁੰਚਾ ਦੇਵਾਂਗੇ ਤੁਹਾਨੂੰ। ਉਹਨਾਂ ਦੇ ਨਾਲ ਇਸ ਖਿਆਲ ਦੇ ਵਿੱਚ ਮੈਂ ਤੇਰੇ ਕੋਲ ਨਹੀਂ ਆਇਆ ਤੇ ਉੱਥੇ ਫਸ ਗਿਆ। ਬੜਾ ਦੁਖਦਾਇਕ ਮਾਹੌਲ ਹੋਏਗਾ ਜਦੋਂ ਉਹਨਾਂ ਨੇ ਆਪਣਾ ਵੇਖਿਆ ਕਿ ਮੇਰੇ ਇੱਕ ਭਤੀਜਾ, ਇੱਕ ਮੇਰੀ ਭੈਣ ਦਾ ਬੇਟਾ, ਉਹਨਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੇਖਿਆ। ਉਹ ਕਿੱਦਾਂ ਦਾ ਮਾਹੌਲ ਉਸ ਟਾਈਮ ਦਾ? ਦੁਖੀ ਸਨ ਉਹ। ਉਹਨਾਂ ਦੇ ਦੱਸਣ ਦੇ ਉੱਤੇ ਪਤਾ ਲੱਗਦਾ ਸੀ ਉਸ ਦਾ ਦੁੱਖ ਮੈਨੂੰ ਵੀ ਹੋਇਆ। ਭਾਵੇਂ ਇਹ ਖਿਆਲ ਸੀਗਾ ਕਿ ਚਲੋ ਬਈ ਭੈਣ ਭਰਾ, ਮਾਂ ਤੇ ਬਾਪ ਬਚ ਗਏ ਨੇ, ਪਰ ਉਹ ਵੀ ਭਰਾ ਸੀ, ਇੱਕ ਭੂਆ ਦਾ ਲੜਕਾ ਤੇ ਇੱਕ ਚਾਚੇ ਦਾ ਲੜਕਾ ਜਿਹੜੇ ਕਿ ਉੱਥੇ ਮਾਰੇ ਗਏ ਨੇ। ਤਾਂ ਉਹ ਮਾਂ ਦੇ ਤਾਂ ਬਰਸੇ ਵੱਜੇ ਹੋਏ ਸੀ, ਉਹ ਉਹਨਾਂ ਤੋਂ ਹਸਪਤਾਲ ਦਾਖਲ ਕਰਵਾ ਦਿੱਤਾ ਸੀ। ਉਹਨਾਂ ਦਾ ਕਾਫੀ ਦੇਰ ਉਹ ਟ੍ਰੀਟਮੈਂਟ ਹੁੰਦਾ। ਤੁਹਾਡੇ ਮਾਤਾ ਜੀ ਦਾ ਕੀ ਨਾਂ ਸੀ ਤੇ ਉਹਨਾਂ ਦੇ ਬਰਸੇ ਕਿੱਥੋਂ ਵੱਜੇ? ਕਿੰਨੇ ਮਾਤਾ ਜੀ ਮੇਰੇ ਦਾ ਨਾਮ ਪੰਜਾਬ ਕੌਰ ਸੀਗਾ ਤੇ ਉਹ ਮੇਰੇ, ਕਿਉਂਕਿ ਭੈਣ ਭਰਾ, ਇੱਕ ਭੈਣ ਛੋਟੀ ਸੀ ਮੈਥੋਂ 10 ਸਾਲ ਤੇ ਭਰਾ ਮੇਰਾ ਮੈਥੋਂ 15 ਸਾਲ ਛੋਟਾ ਹੈ। ਉਹਨਾਂ ਨੇ, ਮਾਂ ਨੇ ਉਹਨਾਂ ਦੋਨਾਂ ਬੱਚਿਆਂ ਨੂੰ ਬਚਾਉਣ ਲਈ ਆਪਣੀ ਗੋਦ 'ਚ ਬਿਠਾ ਕੇ ਤੇ ਉਹ ਝੁੱਕ ਕੇ ਉਹਦੇ ਉੱਪਰ ਇਸ ਤਰ੍ਹਾਂ ਦੇ ਨਾਲ ਉਹ ਆਪਣੇ ਗੋਦ ਵਿੱਚ ਲੈ ਲਏ ਤਾਂ ਕਿ ਇਹ ਬੱਚਿਆਂ ਨੂੰ ਵਰਸ਼ਾ ਨਾ ਵਜੇ। ਆਖਰ ਬੱਚੇ ਸੀਗੇ ਮਾਂ ਦੇ, ਤੇ ਉਹ ਉਹਨਾਂ ਨੂੰ ਬਚਾਉਣ ਦੇ ਲਈ ਉਸ ਦੀ ਮਾਂ ਦੀ ਮੇਰੀ ਦੇ ਪਿੱਠ ਵਿੱਚ ਵਰਸੇ 3-4 ਵਜੇ ਸੀ ਔਰ ਖੂਨੋਂ ਖੂਨ ਸੀਗੀ। ਉਹ ਮੁੜ ਕੇ ਉਸ ਨੂੰ ਹਸਪਤਾਲ ਲੈ ਗਏ ਸੀਗੇ ਤੇ ਉੱਥੇ ਦਾਖਲ ਕਰਾਤਾ ਸੀਗਾ। ਉੱਥੇ ਇਲਾਜ ਹੁੰਦਾ ਰਿਹਾ ਬਹਾਵਲ ਨਗਰ। ਇੱਧਰ ਆਣ ਕੇ ਵੀ ਫਿਰ ਉਹ ਜਿਹੜਾ ਹੈਗਾ ਇਲਾਜ ਹੁੰਦਾ ਰਿਹਾ ਹੈਗਾ। ਇੰਡੀਆ ਤੇ ਆਉਣ ਤੋਂ ਬਾਅਦ ਕਾਫੀ ਦੇਰ ਜ਼ਖਮ ਇਲਾਜ ਹੁੰਦਾ ਰਿਹਾ। ਤੁਸੀਂ ਦੇਖੇ ਜ਼ਖਮ? ਮੈਂ ਜ਼ਖਮ ਦੇਖੇ ਅਣਗੇ ਨੇ ਜੀ, ਦੇਖੇ। ਕਿਸ ਤਰ੍ਹਾਂ ਦਾ ਮਾਹੌਲ ਹੋਏਗਾ? ਦੁਖੀ ਬਹੁਤ ਦੁੱਖ ਵਾਲੀ ਘਟਨਾ ਸੀ। ਕੋਈ ਹਰ ਕੋਈ ਸਮਝ ਸਕਦਾ ਹੈਗਾ ਵੀ ਕਿੰਨੀ ਦੁੱਖ ਵਾਲੀ ਘਟਨਾ ਜਦੋਂ ਇਹੋ ਜੀ ਗੱਲ ਵਾਪਰੇ। ਤਾਂ ਫਿਰ ਉਹ ਕਿਵੇਂ ਨਿਕਲ ਕੇ ਆਏ ਉੱਥੋਂ? ਫਿਰ ਉਹ ਕੁਝ ਦਿਨ ਤੋਂ ਬਾਅਦ ਜਿਹੜੇ ਬੰਦੇ ਉੱਥੇ ਬਚ ਗਏ ਸੀ, ਜਾਂ ਹਿੰਦੂ ਸਿੱਖ ਕੋਈ ਵੀ ਕਿਸੇ ਤਰ੍ਹਾਂ ਨਾਲ,
ਕੁਝ ਦਿਨਾਂ ਬਾਅਦ ਉਹ ਕਿ ਟ੍ਰੇਨ ਦਾ ਇੰਤਜ਼ਾਮ ਕੀਤਾ ਸੀਗਾ, ਆਰਮੀ ਉਹਦੀ ਸਿਕਿਉਰਿਟੀ ਸੀਗੀ, ਟ੍ਰੇਨ ਦੀ ਆਰਮੀ ਦੀ ਸਿਕਿਉਰਿਟੀ ਸੀ। ਉਹ ਫਿਰ ਇੰਡੀਆ ਦੀ ਹੱਦ ਵਿੱਚ ਮੇਰਾ ਖਿਆਲ ਹੈ ਕਿ ਜਿਹੜਾ ਹਿੰਦੂਮਲ ਕੋਟ ਸਟੇਸ਼ਨ ਆਂਦਾ ਹੈਗਾ ਇੰਡੀਆ ਦੀ ਹੱਦ ਵਿੱਚ, ਇੱਥੋਂ ਤੱਕ ਪਹੁੰਚਾ ਗਏ ਸੀ। ਇੱਥੋਂ ਅੱਗੇ ਫਿਰ ਇੰਡੀਅਨ ਟ੍ਰੇਨ ਦੇ ਰਸਤੇ ਉਹ ਜਿੱਥੇ ਜਿੱਥੇ ਕਿਸੇ ਨੇ ਜਾਣਾ ਹੈ ਪਹੁੰਚਾ ਦਿੱਤਾ ਗਿਆ ਸੀ। ਫਿਰ ਤੁਹਾਨੂੰ ਤੁਹਾਡੇ ਲੈ ਚਲੀਏ ਵਾਪਸ ਹਰੂਨਾਬਾਦ, ਜਿੱਥੋਂ ਤੁਸੀਂ ਸਰਵਿਸ ਕਰਦੇ ਸੀਗੇ, ਤੇ ਉੱਥੋਂ ਜਦੋਂ ਤੁਸੀਂ ਤੁਰੇ ਹੋ ਤੇ ਕੀ ਨਾਲ ਲੈ ਕੇ ਤੁਰੇ ਉੱਥੋਂ ਤੁਸੀਂ? ਕਿਉਂਕਿ ਅਕਸਰ ਤਨਖਾਹ ਮਿਲਦੀ ਸੀ, ਤੁਹਾਡਾ ਉੱਥੇ ਰਿਹਾਇਸ਼ ਵੀ ਸੀਗੀ ਆਪਣੀ ਬਣਾਈ ਹੋਈ ਤੋਂ। ਉੱਥੋਂ ਜੀ ਨਾ ਤੇ ਮੌਕਾ ਸੀਗਾ ਕੁਝ ਨਾਲ ਲੈਣ ਦਾ, ਨਾ ਹੀ ਕੋਈ ਇਹ ਖਿਆਲ ਸੀਗਾ ਕਿ ਇਹ ਮੁੜ ਕੇ ਵਾਪਸ ਨਹੀਂ ਆਣਾ। ਹਰ ਕੋਈ ਸੋਚਦਾ ਸੀਗਾ ਇਹ ਟੈਂਪਰੇਰੀ ਫੇਜ਼ ਹੈ, ਤਕਲੀਫ ਖਤਮ ਹੋ ਜਾਏਗੀ, ਇਹ ਖੱਲਾ ਗੁੱਲਾ ਖਤਮ ਹੋ ਜਾਏਗਾ ਤੇ ਵਾਪਸ ਆ ਜਾਵਾਂਗੇ ਖਾਲੀ ਹੱਥ। ਮੇਰੇ ਤਾਂ ਇੱਕ ਗਰਮੀਆਂ ਦੀ ਰੁੱਤ ਸੀ ਤੇ ਬੂਟ ਫਲੀਟ ਪਾਏ ਹੋਏ ਸੀਗੇ, ਨਿੱਕਰ ਸੀ, ਟੀ-ਸ਼ਰਟ ਸੀ ਤੇ ਸਿਰ ਤੇ ਪੱਗ ਸੀ, ਔਰ ਇੱਕ ਥੈਲੇ ਦੇ ਵਿੱਚ ਮੈਂ ਤੌਲੀਆ ਆਪਣਾ ਕੱਛਾ ਬਣਾਉਣ ਤੇ ਕੋਈ ਇੱਕ ਅੱਧਾ ਹੋਰ ਕੱਪੜਾ ਨਾਲ ਚੁੱਕਿਆ ਤੇ ਕੋਈ ਕੱਪੜਾ ਨਹੀਂ ਸੀ। ਤੇ ਮਾਂ-ਬਾਪ ਦੀ ਵੀ ਹਾਲਤ ਹੀ ਐਸੀ ਸੀ, ਜਦੋਂ ਉੱਥੇ ਮਾਰੇ ਗਏ ਆਪਣੀ ਜਾਨ ਹੀ ਦਾ ਇਹ ਖਤਰੇ ਸੀ, ਕੁਛ ਨਹੀਂ ਸੀ। ਉਹ ਵੀ ਖਾਲੀ ਹੱਥ ਆਏ ਕਿਉਂਕਿ ਘਰ ਤਾਂ ਸਾਰਾ ਕੁਝ ਭਰਿਆ ਹੋਇਆ ਸੀਗਾ। ਉੱਥੇ ਕਿਸੇ ਚੀਜ਼ ਦੀ ਸਾਨੂੰ ਕੋਈ ਤੰਗੀ ਨਹੀਂ ਸੀ, ਕੋਈ ਪੈਸੇ ਦੀ ਕਮੀ ਨਹੀਂ ਸੀਗੀ। 64 ਏਕੜ ਜ਼ਮੀਨ ਜਦੋਂ ਹੋਵੇ ਉੱਥੇ ਕਿਸ ਚੀਜ਼ ਦੀ ਘਾਟ ਹੈ? ਵਾਹਿਗੁਰੂ ਦਾ ਦਿੱਤਾ ਹੋਇਆ ਬਹੁਤ ਖੁਸ਼ ਸੀ, ਮਗਰ ਖਾਲੀ ਹੱਥ ਸੀ ਇੱਥੇ ਆਏ। ਬੜਾ ਔਖਾ ਹੁੰਦਾ ਆ ਭਰਿਆ ਕਰ ਛੱਡਣਾ, ਬਾਹਰ ਦੇ ਬਰੂਹਾਂ ਤੱਕ ਉਹਨਾਂ ਦੇ ਇਸ ਘਰ ਦੇ ਵਿੱਚ ਸਮਾਨ ਪਿਆ ਹੋਏਗਾ, ਮਾਲ ਡੰਗਰ ਹੋਏਗਾ, ਉਹਨਾਂ ਦਾ ਦਾਣਾ ਫੱਕਾ, ਸੋਨਾ, ਹੋਰ ਨਗਦੀ ਵੀ ਹੋਏਗੀ, ਪਰ ਬੜਾ ਔਖੀ ਗੱਲ ਹੁੰਦੀ ਹੈ ਆਪਣਾ ਘਰ ਛੱਡਣਾ, ਆਪਣਾ ਵੱਡੀਆਂ ਦਾ ਜੰਮਣ ਭੋਏ ਨੂੰ ਛੱਡਣਾ। ਜੰਮਣ ਭੂ ਜਿਹੜੀ ਹੁੰਦੀ ਆ ਉਹਦੇ ਨਾਲ ਬੜਾ ਮੋਹ ਹੁੰਦਾ ਉਹਨਾਂ ਦਾ। ਮੈਂ ਕਿਹਾ ਜੀ ਔਖੇ ਵਰਗਾ ਔਖਾ ਸੀਗਾ, ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨਾ ਕਿ ਔਖਾ ਸੀ ਔਰ ਦੁੱਖ ਸੀਗਾ। ਜਦੋਂ ਵੀ ਦੇਖਿਆ ਵੀ ਲੈ ਵੀ ਇਹ ਤਾਂ ਹੁਣ ਵਾਪਸ ਨਹੀਂ ਗਏ, ਤਾਂ ਸਾਰਾ ਕੁਝ ਲੁੱਟਿਆ ਗਿਆ। ਇਹ ਖਬਰ ਹੈ ਜਾਨ ਵਾਹਿਗੁਰੂ ਨੇ ਕਿਵੇਂ ਬਖਸ਼ ਦਿੱਤੀ ਹੈਗੀ ਹੈ, ਇਹਦੀ ਵੀ ਉਹ ਉਮੀਦ ਨਹੀਂ ਸੀਗੀ ਕਿ ਬਚਾਅ ਹੋ ਜਾਏਗਾ, ਤਾਂ ਸਬਰ ਕਰਨਾ ਪਿਆਗਾ। ਉਸ ਦੇ ਇਵਜ਼ ਵਿੱਚ ਸਾਨੂੰ ਇੱਥੇ ਮਲੋਟ ਦੇ ਕੋਲ ਬਾਦੀਆਂ ਪਿੰਡ ਹੈ, ਮਲੋਟ ਮੁਕਤਸਰ ਰੋਡ ਤੇ ਉੱਥੇ ਸਾਨੂੰ 27 ਏਕੜ ਜ਼ਮੀਨ ਮਿਲੀ ਸੀ, ਜਿਹੜੀ ਕਿ ਮਿਕਸ ਸੀਗੀ ਨਹਿਰੀ ਤੇ ਬਰਾਨੀ। ਉੱਥੇ ਕੋਈ ਪੈਦਾਵਾਰ ਵੀ ਇਤਨੀ ਨਹੀਂ ਸੀ ਹੁੰਦੀ, ਮਗਰ ਜ਼ਮੀਨ ਦੁਖੀ ਹੋਣ ਕਰਕੇ ਹਿੱਸੇ ਤੇ ਦੇਤੀ। ਉੱਥੋਂ ਵੀ ਕੁਝ ਰਿਟਰਨ ਨਹੀਂ ਸੀ ਮਿਲਦੀ, ਇਸ ਵਾਸਤੇ ਉਹ ਫਿਰ ਉੱਥੋਂ ਜ਼ਮੀਨ ਬਾਪੂ ਜੀ ਨੇ ਤੇ ਚਾਚਾ ਜੀ ਨੇ ਵੇਚ ਦਿੱਤੀ ਸੀ। ਉਹ ਜ਼ਮੀਨ ਵੀ ਜਿਹੜੀ ਵੇਚ ਦਿੱਤੀ। ਮਤਲਬ ਤੁਹਾਡੇ ਪਰਿਵਾਰ ਨੂੰ ਉਹੋ ਜਿਹਾ ਮਾਹੌਲ ਨਹੀਂ ਮਿਲਿਆ ਜਿਹੜਾ ਉਧਰ ਤੁਹਾਡਾ ਮਾਹੌਲ ਹੈਗਾ ਜੀ। ਉਸ ਮਾਹੌਲ ਵਰਗਾ ਤੇ ਨਾਂ ਨਿਸ਼ਾਨ ਨਹੀਂ ਇੱਥੇ ਮਿਲਿਆ, ਮਗਰ ਫਿਰ ਇੱਥੇ ਆਣ ਕੇ ਬਠਿੰਡੇ ਵਸ ਗਏ। ਮੇਰੀ ਜਿਹੜੀ ਸਰਵਿਸ ਸੀਗੀ ਉਹ ਕਿਉਂਕਿ ਪੇਰੈਂਟ ਬ੍ਰਾਂਚ ਮੇਰੀ ਇੰਪੀਰੀਅਲ ਬੈਂਕ ਦੀ ਅਬੋਹਰ ਸੀ, ਮੈਂ ਅਬੋਹਰ ਆਣ ਕੇ ਇੱਥੇ ਰਿਪੋਰਟ ਕਰ ਦਿੱਤੀ ਤੇ ਉੱਥੋਂ ਰਿਫਿਊਜੀ ਸਟਾਫ ਹੋਰ ਵੀ ਬੈਠਾ ਸੀਗਾ ਤੇ ਕੰਮਕਾਜ ਉਦੋਂ ਬੈਂਕਾਂ ਦੇ ਵਿੱਚ ਵੀ ਬਹੁਤ ਘੱਟ ਸੀਗਾ, ਬੰਦ ਵਰਗਾ ਹੀ ਸੀਗਾ ਕਿਉਂਕਿ ਮਾਹੌਲ ਵਿਗੜਿਆ ਹੋਇਆ ਸੀਗਾ ਸਭ ਜਗ੍ਹਾ ਆ ਇੱਥੇ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੀ ਹੀ ਬਦਕਿਸਮਤੀ ਸੀ ਜਿਹੜੀ ਵੰਡ ਹੋਈ ਹੈਗੀ ਹੈ। ਬਾਕੀ ਜਗ੍ਹਾ ਦਾ ਤਾਂ ਕਹਿਣਾ ਕੀ ਹੈ, ਪੰਜਾਬ ਦਾ ਬਦਕਿਸਮਤੀ ਦੇ ਨਾਲ ਵੰਡ ਦੇ ਨਾਲ ਬਹੁਤ ਹੀ ਬੁਰਾ ਹਾਲ ਸੀਗਾ। ਇਸ ਤੋਂ ਬਾਅਦ ਮੇਰੀ ਫਿਰ ਟ੍ਰਾਂਸਫਰ ਜਨਵਰੀ 1948 ਵਿੱਚ ਅਬੋਹਰ ਬ੍ਰਾਂਚ ਤੋਂ ਮੈਨੂੰ ਆਰਡਰ ਮਿਲ ਗਏ ਸੀ ਕਿ ਅੰਮ੍ਰਿਤਸਰ ਇੰਪੀਰੀਅਲ ਬੈਂਕ ਆਫ ਇੰਡੀਆ ਚ ਤੂੰ ਟ੍ਰਾਂਸਫਰ ਕੀਤਾ ਜਾਂਦਾ ਹੈ। ਬੜਾ ਦੁਖਦਾਇਕ ਮਾਹੌਲ ਤੁਸੀਂ ਦੇਖਿਆ ਹੈ। ਇਸ ਤੋਂ ਬਾਅਦ ਫਿਰ ਤੁਹਾਨੂੰ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜੀ ਮੇਨ ਬ੍ਰਾਂਚ ਆ ਸਟੇਟ ਬੈਂਕ ਆਫ ਇੰਡੀਆ ਦੀ, ਇੱਥੇ ਤੁਹਾਨੂੰ ਸਰਵਿਸ ਮਿਲ ਗਈ। ਇੱਥੇ ਫਿਰ ਤੁਸੀਂ ਕਿਵੇਂ ਰਹੇ ਸੀਗੇ? ਇੱਥੇ ਜੀ ਉਸ ਵਕਤ ਇੰਪੀਰੀਅਲ ਬੈਂਕ ਆਫ ਇੰਡੀਆ ਹੀ ਕਹਾਂਦਾ ਸੀ। ਇੰਪੀਰੀਅਲ ਬੈਂਕ ਆਫ ਇੰਡੀਆ ਦੇ ਵਿੱਚ ਮੈਨੂੰ ਇੱਥੇ ਸਰਵਿਸ ਮਿਲ ਗਈ। ਇੱਥੇ ਮੈਂ ਐਜ਼ ਕਲਰਕ ਜਿਹੜਾ ਹੈਗਾ ਰਿਹਾ, ਜਿਸ ਦਾ ਨਾਮ 1 ਜੁਲਾਈ 1955 ਨੂੰ ਬਦਲ ਕੇ ਸਟੇਟ ਬੈਂਕ ਆਫ ਇੰਡੀਆ ਕਰ ਦਿੱਤਾ ਗਿਆ ਸੀ। ਅੱਜ ਕੱਲ੍ਹ ਇਹ ਸਟੇਟ ਬੈਂਕ ਆਫ ਇੰਡੀਆ ਕਹਾਂਦਾ ਹੈ। ਇੱਥੇ ਮੈਂ 17 ਸਾਲ ਇਸ ਬ੍ਰਾਂਚ ਵਿੱਚ ਰਿਹਾਂਗਾ, ਜਨਵਰੀ 1948 ਤੋਂ ਜਨਵਰੀ 1965 ਤੱਕ। ਇਸ ਤੋਂ ਬਾਅਦ ਫਿਰ ਮੇਰੀ ਟ੍ਰਾਂਸਫਰ ਸ੍ਰੀਨਗਰ ਹੋ ਗਈ ਸੀਗੀ। ਇਹਦੇ ਨੇਚਰ ਲਈ ਕਿ ਤੁਸੀਂ ਜਦੋਂ ਇੱਥੇ ਸ੍ਰੀ ਅੰਮ੍ਰਿਤਸਰ ਰਹਿੰਦੇ ਹੋਗੇ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਪਵਿੱਤਰ ਸਥਾਨ ਹੈਗਾ ਇੱਥੇ ਦਰਬਾਰ ਸਾਹਿਬ ਸੱਚਖੰਡ, ਇੱਥੇ ਤੁਸੀਂ ਇੱਥੇ ਜਾਂਦੇ ਰਹੇ ਹੋਗੇ? ਹਾਂਜੀ, ਮੈਂ ਜਾਂਦਾ ਸਾਂ ਗੁਰੂ ਘਰ ਨਾਲ, ਕਿਉਂਕਿ ਸਤਿਕਾਰ ਹੈ ਮਨ ਵਿੱਚ, ਤੇ ਮੱਥਾ ਟੇਕਣ ਵੀ ਜਾਂਦਾ ਸਾਂ। ਔਰ ਉਦੋਂ ਦਾ ਤੇ ਹੁਣ ਦੇ ਇੱਥੋਂ ਦੇ ਦਰਬਾਰ ਸਾਹਿਬ ਦੇ ਦੇਖਣ ਦਾ ਬੜਾ ਫਰਕ ਮਹਿਸੂਸ ਹੁੰਦਾ ਹੈ। ਉਦੋਂ ਇਸ ਦੀ ਪਰਿਕਰਮਾ ਇਸ ਤੋਂ ਚੌੜਾਈ
ਤਕਰੀਬਨ ਅੱਧੀ ਸੀਗੀ ਤੇ ਬੁੰਗੇ ਵੀ ਸਨ ਆਸੇ-ਪਾਸੇ। ਉਸ ਤੋਂ ਬਾਅਦ ਬੁੰਗੇ ਦਰਬਾਰ ਸਾਹਿਬ ਨੇ ਖਰੀਦ ਕੇ ਤੇ ਇਹ ਵਰਾਂਡੇ ਤਿਆਰ ਕੀਤੇ ਗਏ ਔਰ ਇਸ ਦੇ ਜੇ ਬੜੀ ਪ੍ਰੋਗਰੈਸ ਕੀਤੀ ਗਈ ਹੈਗੀ ਹੈ, ਬੜੀ ਸੋਹਣੀ ਡਿਵੈਲਪਮੈਂਟ ਕੀਤੀ ਗਈ ਹੈ ਦਰਬਾਰ ਸਾਹਿਬ ਦੀ। ਹੁਣ ਪਰਿਕਰਮਾ ਵੀ ਦੁੱਗਣੀ ਹੋ ਗਈ ਹੈ। ਆਸੇ-ਪਾਸੇ ਜਿਹੜੇ ਅਣਗੇ ਨੇ ਹੋਰ ਵੀ ਗੇਟ ਸੋਹਣੇ, ਘੰਟਾ ਘਰ ਡਿਵੈਲਪਮੈਂਟ ਹੋਈ ਹੈ। ਰਿਹਾਇਸ਼ ਦਾ ਵੀ ਪੂਰਾ ਪ੍ਰਬੰਧ ਸੀ ਇੱਥੇ ਹੈਗਾ ਸੀ ਸਰਾਂ ਜੀ? ਸਰਾਂ ਉਦੋਂ ਪੂਰੀ ਸੀਗੀ ਜੀ। ਇਹ ਗੁਰੂ ਰਾਮਦਾਸ ਸਰਾਂ ਜਿਹੜੀ ਹੈਗੀ ਹੈ ਇਸੇ ਤਰ੍ਹਾਂ ਸੀਗੀ। ਔਰ ਮੈਂ ਆਣ ਕੇ ਜਦੋਂ ਅਬੋਹਰ ਤੋਂ ਟਰਾਂਸਫਰ ਹੋ ਕੇ ਇੱਥੇ ਆਇਆ, ਸਰਾਂ ਦੇ ਵਿੱਚ ਹੀ ਮੈਂ ਪਹਿਲਾਂ ਆਪਣਾ ਬਿਸਤਰਾ ਰੱਖਿਆ, ਇੱਥੇ ਹੀ ਮੈਨੂੰ ਮਿਲਿਆ। ਤੇ ਸ਼ਾਮ ਨੂੰ ਫਿਰ, ਕਿਉਂਕਿ ਹਾਲੇ ਮਕਾਨ ਦਾ ਕੋਈ ਇੰਤਜ਼ਾਮ ਹੈ ਨਹੀਂ ਸੀ, ਸ਼ਾਮ ਨੂੰ ਜਦੋਂ ਬੈਂਕ ਚੋਂ ਛੁੱਟੀ ਮਿਲਣੀ ਤੇ ਉਦੋਂ ਮੈਂ ਆਪਣੇ ਮਕਾਨ ਤਲਾਸ਼ ਕਰਨਾ। ਤੇ ਫਿਰ ਇੱਥੇ ਮੈਨੂੰ ਚੌਕ ਮੰਨਾ ਸਿੰਘ ਜਾਂ ਮਾਣਾ ਸਿੰਘ ਰੋਡ ਦੇ ਵਿਚਕਾਰ ਪਿੱਪਲ ਵਾਲੀ ਗਲੀ ਦੇ ਵਿੱਚ ਇੱਕ ਕਮਰਾ ਮਿਲ ਗਿਆ ਔਰ ਬੜਾ ਸਸਤਾ 8 ਰੁਪਏ ਮਹੀਨੇ ਦੇ ਕਿਰਾਏ ਤੇ ਇੱਥੇ ਮੈਨੂੰ ਕਮਰਾ ਮਿਲ ਗਿਆ ਇਸ ਪਿੱਪਲ ਵਾਲੀ ਗਲੀ ਦੇ ਵਿੱਚ ਤੇ ਇੱਥੇ ਰਿਹਾਇਸ਼ ਮੈਂ ਕੀਤੀ। ਚਲੋ ਫਿਰ ਤੁਹਾਨੂੰ ਥੋੜਾ ਪਿੱਛੇ ਲੈ ਚਲੀਏ ਕਿ ਕਦੀ ਦਿਲ ਕੀਤਾ ਪਿੰਡ ਜਾਣ ਨੂੰ? ਤੁਸੀਂ ਉੱਥੇ ਆਪਣੇ ਵੜਕੇ ਲਈ ਜੰਮਣ ਪੋਏ ਆ, ਉੱਥੇ ਜਿੱਥੇ ਤੁਹਾਡਾ ਲੰਬਾ ਸਮਾਂ ਤੁਸੀਂ ਬਚਪਨ ਆਪਾਂ ਗੁਜ਼ਾਰਿਆ, ਕਦੀ ਮੌਕਾ ਮਿਲਿਆ ਉੱਥੇ ਜਾਣ ਦਾ ਕਦੀ ਜੀ? ਹਾਂਜੀ, ਮੈਂ ਦਿਲ ਕਰਦਾ ਸੀਗਾ ਤੇ ਸਬੱਬ ਇੱਕ ਬਣ ਗਿਆ ਕਿ ਬਹਾਵਲ ਨਗਰ ਦੇਖਿਆ ਜਾਵੇ। ਮੇਰਾ ਵੱਡਾ ਲੜਕਾ ਵੀ ਕਿਉਂਕਿ ਬੈਂਕ ਦੇ ਵਿੱਚ ਹੀ ਸਰਵਿਸ ਕਰਦਾ ਸੀਗਾ ਔਰ ਇਹ 2005 ਦੀ ਗੱਲ ਹੈ। ਮੈਂ ਤੇ ਉਦੋਂ 1986 ਚ ਰਿਟਾਇਰ ਹੋ ਚੁੱਕਾ ਸਾਂ। ਉਹ ਇੱਥੇ ਪਰ ਚਾਂਸ ਅੰਮ੍ਰਿਤਸਰ ਬ੍ਰਾਂਚ ਵਿੱਚ ਹੀ, ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਉਹ ਐਜ਼ ਆਫੀਸਰ ਕੰਮ ਕਰਦਾ ਸੀਗਾ। ਤੇ ਉੱਥੇ ਉਸ ਨੂੰ ਅਟਾਰੀ ਉਹਦੀ ਉਸ ਵਕਤ ਡਿਊਟੀ ਤੇ ਗਿਆ ਹੋਇਆ ਸੀ ਤੇ ਉੱਥੇ ਉਸ ਨੂੰ ਇੱਕ ਸਬੱਬ ਨਾਲ ਬਹਾਵਲ ਨਗਰ ਤੋਂ ਪਾਕਿਸਤਾਨ ਤੋਂ ਆਏ ਹੋਏ ਮਿਹਰਬਾਨ ਮਿਲ ਗਏ ਤੇ ਉਹਨਾਂ ਨਾਲ ਗੱਲਬਾਤ ਕਰਨ ਲੱਗਾ। ਕਹਿੰਦੇ ਯਾਰ ਮੇਰੇ ਪਿਤਾ ਜੀ ਵੀ ਬਹਾਵਲ ਨਗਰ ਤੋਂ ਬਿਲੋਂਗ ਕਰਦੇ ਨੇ ਤੇ ਉਹ ਤੁਸੀਂ ਵੀ ਬਹਾਵਲ ਨਗਰ ਤੋਂ ਆਏ ਹੋ ਤੇ ਉਹ ਬੜਾ ਖੁਸ਼ ਹੋਇਆ ਇਸ ਗੱਲ ਨੂੰ ਸੁਣ ਕੇ। ਉਹ ਤੁਸੀਂ, ਤੁਹਾਡਾ ਸਬੱਬ ਬਣ ਗਿਆ ਜਾਣ ਦਾ ਉੱਥੇ। ਜਦੋਂ ਤੁਸੀਂ ਫਿਰ ਦੱਸ ਰਹੇ ਹੋ ਕਿ ਉੱਥੇ ਤੁਸੀਂ ਆਪਣੇ ਬਹਾਵਲ ਨਗਰ ਤੁਸੀਂ ਚਲੇ ਗਏ ਤਾਂ ਉੱਥੇ ਤੁਹਾਨੂੰ ਫਿਰ ਸਕੂਲ ਦੇ ਤੁਸੀਂ ਦੱਸਿਆ ਖੜਿਆ ਤੁਹਾਨੂੰ, ਉਸ ਸਕੂਲ ਦਾ ਉਸ ਟਾਈਮ ਕੀ ਮਾਹੌਲ ਸੀਗਾ? ਪਹਿਲਾਂ ਤਾਂ ਜੀ ਇਸ ਤਰ੍ਹਾਂ ਵੀ ਉਹ ਜਿਹੜੇ ਉਥੋਂ ਮੁਸਲਮਾਨ ਇੱਧਰ ਆਏ ਸੀਗੇ ਐਜ਼ ਅ ਟਰੈਵਲਰ ਤੇ ਉਹਨਾਂ ਨੇ ਸਾਨੂੰ ਰਿਸੀਵ ਕਰ ਲਿਆ ਲਾਹੌਰ ਸਟੇਸ਼ਨ ਤੇ। ਜਦੋਂ ਅਸੀਂ ਅਰੇਂਜਮੈਂਟ ਕੀਤਾ, ਮੈਂ, ਮੇਰਾ ਲੜਕਾ, ਮੇਰੀ ਡਾਟਰ ਇਨ ਲਾ, ਮੇਰੀ ਵਾਈਫ ਤੇ ਮੈਂ, ਅਸੀਂ 4 ਮੈਂਬਰ ਅਸੀਂ ਗਏ ਤੇ ਉਹ ਸਾਨੂੰ ਬਹਾਵਲ ਨਗਰ ਲੈ ਗਏ ਤੇ ਉਹਨਾਂ ਨੇ ਹੀ ਸਾਨੂੰ ਗੈਸਟ ਦੇ ਤੌਰ ਤੇ ਉੱਥੇ ਰਹੇ ਤੇ ਸਾਨੂੰ ਉਹ ਸਕੂਲ ਜਾਣ ਦਾ ਵੀ ਮੌਕਾ ਮਿਲਿਆ। ਮੈਂ ਕਿਹਾ ਵੀ ਮੈਂ ਸਕੂਲ ਜ਼ਰੂਰ ਦੇਖਣਾ ਹੈ। ਸਕੂਲ ਅਸੀਂ ਜਿਸ ਦਿਨ ਗਏ ਤਾਂ ਉਸ ਦਿਨ ਪਰ ਚਾਂਸ ਹੈਡਮਾਸਟਰ ਸਾਹਿਬ ਛੁੱਟੀ ਤੇ ਸਨ। ਸੈਕੰਡ ਹੈਡਮਾਸਟਰ ਜੀ ਨੇ ਸਾਨੂੰ ਵੈਲਕਮ ਕੀਤਾ, ਬੜੇ ਪਿਆਰ ਨਾਲ ਜੀ ਆਇਆਂ ਕਿਹਾ ਔਰ ਆਪਣੇ ਦਫ਼ਤਰ ਵਿੱਚ ਲੈ ਕੇ ਸਾਨੂੰ ਬਾਕੀ ਸਟਾਫ ਨੂੰ ਵੀ ਮਿਲਾਇਆ। ਉਸ ਸਕੂਲ ਦਾ ਹੁਣ ਨਾਂ ਕੀ ਰੱਖਿਆ ਉਹਨਾਂ ਨੇ? ਉਸ ਵਕਤ ਉਹ ਸਕੂਲ ਦਾ ਨਾਂ ਸੀਗਾ ਸਟੇਟ ਹਾਈ ਸਕੂਲ। ਉੱਥੋਂ ਹੀ ਮੈਂ 10ਵੀਂ ਕੀਤੀ ਸੀ 1943 ਵਿੱਚ। ਮਗਰ ਕਿਉਂਕਿ ਉਹ ਰਿਆਸਤ ਬਹਾਵਲਪੁਰ ਸੀਗੀ ਉਸ ਵਕਤ ਉਸ ਸ਼ਹਿਰ ਦੀ ਤੇ ਉਹ ਰਿਆਸਤਾਂ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਉਸ ਸਕੂਲ ਦਾ ਨਾਂ ਬਦਲ ਕੇ ਹੁਣ ਗਵਰਨਮੈਂਟ ਸਿਟੀ ਹਾਈ ਸਕੂਲ ਸ਼ਾਇਦ ਕਰ ਦਿੱਤਾ ਹੈਗਾ ਤੇ ਉਹ ਨਾਂ ਬਦਲ ਗਿਆ। ਔਰ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਕਿ ਹੈਡਮਾਸਟਰ ਸਾਹਿਬ ਨੂੰ ਜਦੋਂ ਪਤਾ ਲੱਗਿਆ ਕਿ ਬਈ ਇੱਥੇ 올ਡ ਸਟੂਡੈਂਟ ਆਇਆ ਸੀ ਜਿਹੜਾ 1943 ਵਿੱਚ ਇੱਥੋਂ 10ਵੀਂ ਪਾਸ ਕਰਕੇ ਗਿਆ ਹੈ ਤੇ ਉਹ ਸੈਕੰਡ ਹੈਡਮਾਸਟਰ ਸਾਹਿਬ ਨੂੰ ਨਾਰਾਜ਼ ਹੋਣ ਲੱਗੇ, ਬਈ ਮੈਨੂੰ ਕਿਉਂ ਨਹੀਂ ਟੈਲੀਫੋਨ ਕਰਕੇ ਦੱਸਿਆ ਤੇ ਮੈਂ ਵੀ ਆਣ ਕੇ ਉਹਨੂੰ ਮਿਲਦਾ ਤੇ ਕਿ ਉਹਨਾਂ ਨੂੰ ਜਾ ਕੇ ਫਿਰ ਉਹਨਾਂ ਨੂੰ ਜਾ ਕੇ ਰਿਕੁਐਸਟ ਕਰਕੇ ਕੱਲ ਨੂੰ ਹੈਡਮਾਸਟਰ ਸਾਹਿਬ ਮਿਲਣਾ ਚਾਹੁੰਦੇ ਨੇ, ਕੱਲ ਨੂੰ ਤੁਸੀਂ ਜ਼ਰੂਰ ਤਕਲੀਫ ਕਰੋ ਤੇ ਆਓ ਸਕੂਲ ਤਾਂ ਕਿ ਉਹ ਮਿਲ ਸਕਣ। ਤੁਸੀਂ ਫਿਰ ਅਗਲੇ ਫੇਰ ਸਕੂਲੇ ਗਏ? ਹਾਂਜੀ, ਮੈਂ ਅਗਲੇ ਦਿਨ ਫਿਰ ਮੈਂ ਸਕੂਲ ਗਿਆ ਤੇ ਸਕੂਲ ਜਾਣ ਵੇਲੇ ਤਕਰੀਬਨ ਜਦੋਂ ਮੈਂ 10:30 11 ਦੇ ਦਰਮਿਆਨ ਉੱਥੇ ਪਹੁੰਚਿਆ, ਅਸੀਂ 4 ਮੈਂਬਰ ਪਹੁੰਚੇ ਤਾਂ ਹੈਡਮਾਸਟਰ ਸਾਹਿਬ ਨੇ ਇੰਨੇ ਪਿਆਰ ਦੇ ਨਾਲ ਵੈਲਕਮ ਕੀਤਾ ਕਿ ਉਹ ਆਪਣਾ ਬੈਂਡ ਬਾਜਾ ਸਮੇਤ ਬੈਂਡ ਬਾਜੇ ਦੀ ਟੀਮ ਲੈ ਕੇ ਔਰ ਆਪਣੇ ਸਟਾਫ ਨੂੰ ਲੈ ਕੇ ਮੈਨੂੰ ਗੇਟ ਦੇ ਉੱਤੇ ਵੇਟ ਕਰ ਰਹੇ ਸਨ ਤੇ ਉਹਨਾਂ ਨੇ ਵੈਲਕਮ ਕੀਤਾ। ਸਟਾਫ ਨੂੰ ਸਾਰਿਆਂ ਨੂੰ ਇੰਟਰੋਡਿਊਸ ਕਰਵਾਇਆ, ਆਪਣੇ ਆਫਿਸ ਵਿੱਚ ਲੈ ਕੇ ਗਏ ਤੇ ਮੈਨੂੰ ਪੁੱਛ ਕੇ ਉਹਨਾਂ ਨੇ ਪੁਰਾਣਾ ਰਿਕਾਰਡ ਮੇਰਾ ਕਢਵਾਇਆ ਔਰ ਉਹਨਾਂ ਨੇ ਮੈਨੂੰ ਰਿਕਾਰਡ ਦੀ ਫੋਟੋ ਸਟੇਟ ਕਾਪੀ ਕਰਵਾ ਕੇ ਦੇਈ। ਮੈਨੂੰ ਉਹਨਾਂ ਨੇ ਇੱਕ ਸਰਟੀਫਿਕੇਟ ਦਿੱਤਾ, ਫੋਟੋਗ੍ਰਾਫਸ ਲਏ ਤੇ ਸਕੂਲ ਦੇ ਵਿੱਚ
ਇੱਕ ਮਸਜਿਦ ਸੀਗੀ, ਮੈਂ ਉਸ ਨੂੰ ਵੀ ਆਪਣਾ ਸਿਜਦਾ ਕੀਤਾ। ਮੋਹ ਮੁਹੱਬਤ ਜਿਹੜੀ ਆ ਉਹ ਲੋਕਾਂ ਦੇ ਵਿੱਚ ਜਿਹੜੇ ਉਹ ਦੋਵੇਂ ਫਿਰਕੇ ਆ, ਹਿੰਦੂ ਸਿੱਖ ਤੇ ਮੁਸਲਮਾਨ ਜਿਹੜੇ ਆ, ਮੋਹ ਮੁਹੱਬਤ ਬੜੀ ਆਪਸੀ ਪੀੜੀ ਸੀ ਇਹਨਾਂ ਲੋਕਾਂ ਦੀ। ਦੇਸ਼ ਦੀ ਆਜ਼ਾਦੀ ਦਾ ਐਲਾਨ ਹੁੰਦਿਆਂ ਸਾਰੀ ਪੰਜਾਬ ਦੀ ਵੰਡ ਹੋ ਗਈ। ਪੰਜਾਬ ਦੀ ਵੰਡ ਵੀ ਕਾਹਦੀ ਹੋਈ ਆ? ਪੰਜਾਬ ਦੇ ਜਿਹੜੇ 5 ਪਾਣੀ ਸੀ, 5 ਦਰਿਆ ਹੀ ਵੰਡੇ ਗਏ। 5 ਦਰਿਆ ਵੀ ਕਾਹਦੇ ਵੰਡੇ ਗਏ ਕਿ ਪੰਜਾਬੀਆਂ ਦੇ ਦਿਲ ਵੰਡੇ ਗਏ। ਤੇ ਕੁਝ ਸ਼ਰਾਰਤੀ ਨੇ ਇਹੋ ਜਿਹਾ ਮਾਹੌਲ ਬਣਾਤਾ, ਇਹੋ ਜਿਹੀਆਂ ਅਫਵਾਹਾਂ ਫੈਲਾਤੀਆਂ ਕਿ ਕਤਲੋਗਾਰ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਗਿਆ। ਆਪਣਿਆਂ ਨੇ ਆਪਣੇ ਨੂੰ ਮਾਰਿਆ। ਦੇਖੋ ਜੀ, ਪਿਆਰ ਦਾ ਨਮੂਨਾ ਤੇ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮੈਂ ਜਿੱਥੇ ਸਰਵਿਸ ਕਰਦਾ ਸੀ, ਮੀਆਂ ਫਤਿਹ ਮੁਹੰਮਦ ਨੇ ਉੱਥੇ ਕੋਈ ਕਿਸੇ ਦੇ ਉੱਤੇ ਕੋਈ ਖਰਾਸ਼ ਨਹੀਂ ਆਣ ਦਿੱਤੀ ਹੈਗੀ। ਇਹ ਕਹਿੰਦਾ ਵੀ ਇਹ ਮੇਰੀ ਇੱਜ਼ਤ ਦਾ ਸਵਾਲ ਹੈ ਤੇ ਮੇਰੇ ਸ਼ਹਿਰ ਦੇ ਵਿੱਚ ਬਿਲਕੁਲ ਅਮਨ ਕਾਇਮ ਰਹਿਣਾ ਚਾਹੀਦਾ ਹੈ। ਫਿਰ ਜਦੋਂ ਮੇਰੇ ਬਾਪੂ ਜੀ ਉਥੋਂ ਰਾਤ ਨੂੰ ਕਤਲੇਆਮ ਤੋਂ ਬਾਅਦ ਸਾਹਮਣੇ ਵਾਲੇ ਘਰ 'ਚ ਮੀਆਂ ਸਮੀਉੱਲਾ ਦੇ ਪਾਸ ਆਏ ਤਾਂ ਉਹਨਾਂ ਨੇ ਉਹਨੂੰ ਪਿਆਰ ਦਿੱਤਾ ਤੇ ਉਹਨਾਂ ਨੂੰ ਜੀ ਆਇਆਂ ਕਿਹਾ ਵੀ ਠੀਕ ਆ, ਔਰ ਉਹਨਾਂ ਨੂੰ ਸੰਭਾਲਿਆ। ਫਿਰ ਜੇ ਮੈਂ ਹੁਣ ਪਾਕਿਸਤਾਨ ਬਣਨ ਤੋਂ ਬਾਅਦ 2005 ਦੇ ਵਿੱਚ ਵੀਜ਼ਾ ਲੈ ਕੇ ਆਪਣੇ ਘਰ ਵਿੱਚ ਦੇਖ ਕੇ ਆਇਆ ਤੇ ਉੱਥੇ ਜਿਹੜੇ ਮੁਸਲਮਾਨ ਫੈਮਿਲੀ ਰਹੀ ਸੀ ਤਾਂ ਉਹਨਾਂ ਨੇ ਸਾਨੂੰ ਪਿਆਰ ਦੇ ਨਾਲ ਉੱਠਣ ਨਹੀਂ ਦਿੱਤਾ। ਕਹਿੰਦੇ ਜੀ ਹੈ ਕਿ ਸਾਨੂੰ ਖਾਣਾ ਖਾ ਕੇ ਜਾਣਾ ਹੈ ਤੇ ਚਾਹ ਤਾਂ ਜ਼ਰੂਰ ਪੀਣੀ ਹੈ, ਚਾਹ ਪੀਣ ਤੋਂ ਬਿਨਾਂ ਸਾਨੂੰ ਬੜਾ ਮਤਲਬ ਮੋਹ ਮੁਹੱਬਤ ਜਿਹੜਾ ਵਾ ਅਜੇ ਵੀ ਉਵੇਂ ਹੀ ਆ, ਪਹਿਲਾਂ ਵੀ ਉਵੇਂ ਸੀ। ਉਹ ਜਿਹੜਾ ਮਾਹੌਲ ਸੀ ਕੋਈ ਇਸ ਤਰ੍ਹਾਂ ਦਾ ਬਣ ਗਿਆ ਸੀਗਾ, ਸ਼ਰਾਰਤੀ ਅਨਸਰਾਂ ਨੇ ਕੋਈ ਬਣਾਤਾ ਸੀਗਾ ਕਿ ਉਹ ਦਿਨ ਜਿਹੜੇ ਉਹ ਬੜੇ ਸਾਡੇ ਪੰਜਾਬੀਆਂ ਦੀ ਕੌਮ ਦੇ ਉੱਤੇ ਬੜੇ ਦੁਖਦਾਇਕ ਮਾਹੌਲ ਦੇ ਦਿਨ ਸੀਗੇ ਉਹ। ਬਾਜੀ ਇਹ ਪੰਜਾਬ ਦੀ ਬਦਕਿਸਮਤੀ ਸਮਝੋ ਕਿ ਇਹ ਜਿਹੜੇ ਲੋਕ ਮਾਈਗ੍ਰੇਟ ਕਰਕੇ ਇਧਰੋਂ ਉਧਰ ਗਏ ਸੀ ਜਾਂ ਉਧਰੋਂ ਇੱਧਰ ਆਏ ਸੀਗੇ, ਸਿਰਫ ਉਹਨਾਂ ਦੇ ਦਿਲ 'ਚ ਨਫ਼ਰਤ ਸੀ ਕਿਉਂਕਿ ਇਸ ਵਾਸਤੇ ਉਹ ਜਿਹੜਾ ਹੈਗਾ ਮਾਹੌਲ ਵਿਗੜਦਾ ਗਿਆ। ਅਦਰਵਾਈਜ਼ ਜਿਹੜੇ ਰਹਿਣ ਵਾਲੇ ਪਹਿਲਾਂ ਸੀ ਉਹਨਾਂ ਦੇ ਵਿੱਚ ਕੋਈ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਸੀਗਾ। ਇਹ ਪੰਜਾਬ ਦੀ ਬਦਕਿਸਮਤੀ ਸਮਝ ਲਓ ਕਿ ਜਿਹੜਾ ਐਡੀ ਵੱਡੀ ਇੰਡੀਆ ਦੀ ਸਟੇਟ ਸੀ, ਜਿਹੜੇ ਪਸ਼ਾਵਰ ਤੋਂ ਲੈ ਕੇ ਦਿੱਲੀ ਤੋਂ ਅੱਗੇ ਕੋਈ 70-80 ਕਿਲੋਮੀਟਰ ਅੱਗੇ ਹਰਿਆਣੇ ਦੀ ਹੱਦ ਹੈ ਹੋਟਲ ਤੱਕ, ਫਰੀਦਾਬਾਦ ਪਲਵਲ ਤੋਂ ਅੱਗੇ ਹੋਟਲ ਤੱਕ, ਇੱਥੋਂ ਤੱਕ ਇਹ ਸਾਰਾ ਪੰਜਾਬ ਸੀ। ਪਸ਼ਾਵਰ ਅਫਗਾਨਿਸਤਾਨ ਦੀ ਹੱਦ ਤੋਂ ਲੈ ਕੇ ਹੋਟਲ ਤੱਕ ਇਹ ਸਾਰਾ ਪੰਜਾਬ ਸੀ ਔਰ ਇਹਦੀ ਵੰਡ ਹੋ ਗਈ ਔਰ ਨੁਕਸਾਨ ਹੋਇਆ ਪੰਜਾਬ ਦਾ। ਇਹ ਬਦਕਿਸਮਤੀ ਦੀ ਆਜ਼ਾਦੀ ਤੇ ਚਾਹੀਦਾ ਸੀ, ਆਜ਼ਾਦੀ ਲਈ ਲੜੇ ਸੀ ਮੁਲਕ ਦੀ ਤੇ ਮੁਲਕ ਦੀ ਆਜ਼ਾਦੀ ਮਿਲਦੀ, ਪਰ ਜਦੋਂ ਪੰਜਾਬ ਦੀ ਵੰਡ ਹੋ ਗਈ ਤੇ ਉਹ ਜਿਹੜਾ ਉਹ ਨਫ਼ਰਤ, ਬਸ ਉਹ ਪੰਜਾਬ ਦੀ ਕਿਸਮਤ ਮਾੜੀ, ਪੰਜਾਬ ਦੇ ਵਿੱਚ ਹੀ ਇਹ ਨਫ਼ਰਤ ਪੈਦਾ ਹੋਈ। ਬਾਕੀ ਪੰਜਾਬ ਸ਼ੁਰੂ ਤੋਂ ਹੀ ਬਦਕਿਸਮਤ ਰਿਹਾ। ਜਿਹੜੇ ਜਰਵਾਣੇ ਆਂਦੇ ਰਹੇ ਨੇ ਈਰਾਨ, ਇਰਾਕ ਤੇ ਅਫਗਾਨਿਸਤਾਨ ਸਾਈਡ ਤੋਂ, ਉਹ ਵੀ ਇੱਥੇ ਪੰਜਾਬ ਤੇ ਹੀ ਹੱਲਾ ਬੋਲਦੇ ਰਹੇ ਔਰ ਪੰਜਾਬੀ ਹੀ ਉਹਨਾਂ ਨਾਲ ਟੱਕਰ ਲੈਂਦੇ ਰਹੇ। ਪੰਜਾਬ ਦੇ ਸੂਰਬੀਰ ਯੋਧੇ ਨੇ, ਪੰਜਾਬ ਦਾ ਜਿਹੜਾ ਇਤਿਹਾਸ ਹੈ ਬੜਾ ਗੌਰਵਮਈ ਆ ਕਿ ਇਹਨਾਂ ਨੇ ਜਿੱਥੇ ਉਹਨਾਂ ਜਰਵਾਣੇ ਦਾ ਡਟ ਕੇ ਮੁਕਾਬਲਾ ਕੀਤਾ, ਉੱਥੇ ਜਿਹੜੇ ਸੰਨ 47 ਦੀ ਚੰਦਰੀ ਵੰਡ ਵੇਲੇ ਜਿਹੜੇ ਪੁਆੜੇ ਪਏ ਨੇ ਉਹਦੇ ਵਿੱਚ ਵੀ ਪੰਜਾਬੀਆਂ ਨੇ ਪੰਜਾਬੀਆਂ ਨੂੰ ਬਚਾਇਆ। ਜਿਹੜਾ ਮਾਹੌਲ ਸੀਗਾ ਉਹ ਚੰਗਾ ਸੀ ਉਸ ਟਾਈਮ ਦਾ, ਅੰਗਰੇਜ਼ ਦੇ ਨਾਲ ਵੇਲੇ ਹੁਣ ਦਾ ਚੰਗਾ ਜੀ। ਹੁਣ ਆਪਸ ਵਿੱਚ ਲੜੀ ਜਾਂਦੇ ਆਣਗੇ ਨੇ, ਇਹ ਬੀ ਨੂੰ ਮਾੜਾ ਕਹੀ ਜਾਂਦਾ, ਬੀ ਏ ਨੂੰ ਮਾੜਾ ਕਹੀ ਜਾਂਦਾ ਹੈਗਾ, ਇੱਕ ਦੂਜੇ ਦੇ ਨੁਕਸ ਕੱਢੀ ਜਾਂਦੇ ਆਣਗੇ ਨੇ ਤੇ ਬਾਕੀ ਰੱਬ ਮਤ ਬਖਸ਼ੇ, ਪਰਮਾਤਮਾ ਸਭ ਨੂੰ ਮਤ ਬਖਸ਼ੇ। ਦੇਖੋ ਇਹ 70 ਸਾਲ ਦਾ ਲੰਬਾ ਸਮਾਂ ਬੀਤ ਗਿਆ, ਬਜ਼ੁਰਗਾਂ ਨੂੰ ਆਪਣਾ ਪਿੰਡ ਪੀੜ ਬਾਰੇ, ਆਪਣੇ ਪਰਿਵਾਰ ਪਿਛੋਕੜ ਬਾਰੇ ਬਿਲਕੁਲ ਐਨ ਸਭ ਕੁਝ ਯਾਦ ਆ। ਤੇ ਦੱਸਿਓ ਤੁਹਾਨੂੰ ਕਦੀ ਆਪਣੇ ਪਿੰਡ ਦਾ ਨਕਸ਼ਾ ਯਾਦ ਆਉਂਦਾ ਜੀ? ਬਿਲਕੁਲ ਜੀ, ਅੱਖਾਂ ਅੱਗੇ ਨਕਸ਼ਾ ਆਉਂਦਾ ਹੈਗਾ ਔਰ ਖਾਸ ਕਰ ਜਦੋਂ ਮੈਂ ਉਥੋਂ ਨਿਕਲ ਕੇ ਆਇਆ ਤੇ ਮੈਂ ਰਸਤੇ ਵਿੱਚ ਜਿਹੜੀਆਂ ਲਾਸ਼ਾਂ ਦੇਖੀਆਂ ਆਣੀਆਂ ਨੇ ਰਾਜਸਥਾਨ ਦੀ ਤੋਂ ਬਠਿੰਡੇ ਤੱਕ ਆਉਂਦਿਆਂ, ਉਹ ਲਾਸ਼ਾਂ ਕਿਹੜੇ ਭਾਈਚਾਰੇ ਦੀਆਂ ਸਨ? ਉਹ ਮੁਸਲਮਾਨਾਂ ਦੀਆਂ ਹੀ ਲਾਸ਼ਾਂ ਸਨਗੀਆਂ ਜਿਹੜੀਆਂ ਕਿ ਇਧਰੋਂ ਉਹਨਾਂ ਨਾਲ ਜਿਨ੍ਹਾਂ ਨਾਲ ਧੱਕਾ ਹੋਇਆਗਾ। ਤੇ ਸੋ ਨਫ਼ਰਤ ਜਿਵੇਂ ਸੀਗੇ ਉਧਰ ਸੁਣੀਦਾ, ਜਿਵੇਂ ਪਾਕਿਸਤਾਨ ਦੇ ਵਿੱਚ ਹਿੰਦੂਆਂ ਸਿੱਖਾਂ ਦੀਆਂ ਕਤਲੇਆਮ ਹੁੰਦਾ ਸੀ, ਲਾਸ਼ਾਂ ਸੀਗੀਆਂ, ਤੇ ਇੱਧਰ ਇਹ ਜਿਹੜੀਆਂ ਰਸਤੇ 'ਚ ਦੇਖਣ ਨੂੰ ਲਾਸ਼ਾਂ ਮਿਲੀਆਂ, ਮੇਰਾ ਮਨ ਬਹੁਤ ਦੁਖੀ ਉਦੋਂ ਵੀ ਹੁੰਦਾ ਸੀ ਤੇ ਹੁਣ ਵੀ ਮੇਰੇ ਸੀਨ ਅੱਖਾਂ ਅੱਗੇ ਆ ਜਾਂਦਾ ਹੈ ਤੇ ਮੇਰਾ ਮਨ ਉਛਲ ਜਾਂਦਾ ਹੈਗਾ ਉਹ ਲਾਸ਼ਾਂ ਦੇਖ ਕੇ, ਲਾਸ਼ਾਂ ਦਾ ਸੀਨ ਦੇਖ। ਬੜਾ ਭਿਆਨਕ ਸਮਾਂ ਇਹਨਾਂ ਬਜ਼ੁਰਗਾਂ ਨੇ ਦੇਖਿਆ, ਉਹ ਜਿਹੜਾ ਇਹਨਾਂ ਨੂੰ ਅਜੇ ਤੱਕ ਵੀ ਭੁੱਲਦਾ ਨਹੀਂ, ਪਿੰਡ ਪੀੜ ਨਹੀਂ ਆਪਣਾ ਭੁੱਲਦਾ। ਕਿਸੇ ਵੀ ਕੌਮ ਨੇ ਦੁਨੀਆ ਭਰ 'ਚ ਇਹੋ ਜਿਹਾ
ਕਿਤੇ ਕਿਤੇ ਮਿਸਾਲ ਨਹੀਂ ਮਿਲਦੀ ਵੀ ਆਪਣੀ ਕੌਮ ਨੂੰ ਮਾਰਿਆ ਹੋਵੇ, ਆਪਣੀ ਕੌਮ ਦਾ ਕਤਲ ਕੀਤਾ ਹੋਵੇ। ਪੰਜਾਬੀ ਸਨ, ਇੱਕੋ ਥਾਂ ਬੈਠਣ ਵਾਲੇ ਸਨ, ਇੱਕੋ ਥਾਂ ਰਹਿਣ ਵਾਲੇ ਸਨ, ਦੁੱਖ ਸੁੱਖ ਦੇ ਭਾਈਵਾਲ ਸੀ ਇੱਕ ਦੂਜੇ ਦੇ। ਹਿੰਦੂ, ਮੁਸਲਮ, ਸਿੱਖ, ਇਹਨਾਂ ਤਿੰਨਾਂ ਦੇ ਵਿੱਚ ਬਜ਼ੁਰਗ ਦੱਸ ਰਹੇ ਸਨ ਕੋਈ ਅੰਤਰ ਨਹੀਂ ਸੀਗਾ। ਬੜਾ ਮੋਹ ਮੁਹੱਬਤ ਦਾ ਉਹ ਸਮਾਂ ਸੀ ਜਿਹੜਾ ਇਹਨਾਂ ਨੇ ਦੇਖਿਆ। ਪਰ ਬਾਅਦ ਵਿੱਚ ਮੁਲਕ ਦੀ ਆਜ਼ਾਦੀ ਦਾ ਐਲਾਨ ਹੁੰਦਿਆਂ ਹੀ ਇਹੋ ਜਿਹੇ ਪਵਾੜੇ ਪਏ ਕਿ ਜਿਹੜਾ ਉਹ ਆਪਣਿਆਂ ਨੂੰ ਕਤਲੇਆਮ ਕਰਨਾ ਸ਼ੁਰੂ ਕਰਤਾ। ਬੇਗੁਨਾਹਾਂ ਦਾ ਕਤਲ ਹੋਇਆ, ਧੀਆਂ ਭੈਣਾਂ ਦੀ ਬੇਪਤੀ ਬੇਗੁਨਾਹਾਂ ਦਾ ਕਤਲ ਹੋਇਆ। ਸਭ ਧੀਆਂ ਭੈਣਾਂ ਤੇ ਬੱਚਿਆਂ ਦਾ, ਬਜ਼ੁਰਗਾਂ ਦਾ, ਬੇਗੁਨਾਹਾਂ ਦਾ, ਤੇ ਉਧਰੋਂ ਕਿਸੇ ਨੂੰ ਕੋਈ ਇੱਜ਼ਤ ਦਾ ਕੋਈ ਖਿਆਲ ਨਹੀਂ ਗਾ ਵੀ ਅਸੀਂ ਕੀ ਕਰ ਰਹੇ ਹੈਗੇ ਆ। ਉਦੋਂ ਤਾਂ ਇੱਕ ਭੂਤ ਸਵਾਰ ਸੀਗਾ, ਯਾਨੀ ਇਨਸਾਨੀਅਤ ਉਦੋਂ ਖਤਮ ਹੋ ਚੁੱਕੀ ਸੀ ਤੇ ਹੈਵਾਨੀਅਤ ਚੱਲ ਰਹੀ ਸੀਗੀ। ਇੰਨੀ ਅੱਗ ਭੜਕੀ ਹੋਈ ਸੀ ਔਰ ਇਨਸਾਨੀ ਖੂਨ ਸਫੈਦ ਹੋ ਚੁੱਕਾ ਸੀਗਾ ਉਸ ਵਕਤ। ਤੁਸੀਂ ਦੁਆ ਕਰਦੇ ਹੋ ਵੀ ਕਿਤੇ ਇਹੋ ਜਿਹਾ ਪਰਮਾਤਮਾ ਕਿਸੇ ਮਾਹੌਲ ਨੂੰ, ਮੈਂ ਕਹਿੰਦਾ ਕਿਸੇ ਜੀ, ਕੌਮ ਨੂੰ ਇਹੋ ਜਿਹਾ ਜ਼ਿੰਦਗੀ ਇਸ 92 ਸਾਲ ਦੀ ਉਮਰ ਵਿੱਚ ਜਿਹੋ ਜਿਹਾ ਇਹ ਵਕਤ ਦੇਖਿਆ ਹੈ, ਉਹ ਪਰਮਾਤਮਾ ਕਿਸੇ ਨੂੰ ਨਾ ਦਿਖਾਵੇ ਤੇ ਉਹੋ ਜਿਹਾ ਵਕਤ ਕਦੇ ਦੇਖਣ ਵਿੱਚ ਨਹੀਂ ਆਇਆ ਤੇ ਨਾ ਹੀ ਆਵੇ ਤੇ ਨਾ ਹੀ ਕਿਸੇ ਨੂੰ ਪਰਮਾਤਮਾ ਇਹੋ ਜਿਹਾ ਵਕਤ ਦਿਖਾਵੇ। ਇਹ ਸਭ ਤੋਂ ਬਹੁਤ ਮਾੜਾ ਵਕਤ ਸੀ। ਬਜ਼ੁਰਗ ਦੱਸ ਰਹੇ ਆ ਵੀ ਇਹੋ